ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਭੂਲੀ ਮਾਲਨੀ ਹੈ ਏਓ ਸਤਿਗੁਰ ਜਾਗਤਾ ਹੈ ਦੇਓ ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦੇਓ ਤੀਨ ਦੇਵ ਪਰਤਖ ਤੋਰੈ ਕਰਹਿ ਕਿਸ ਕੀ ਸੇਓ ਪਾਖਾਣ ਗੜ ਕੈ ਮੂਰਤ ਕੀਨੀ ਦੇਖੈ ਛਾਤੀ ਪਾਉ ਜੇ ਮੂਰਤ ਸਾਚੀ ਹੈ ਤੋ ਗੜ ਨਹਾਰੈ ਖਾਉ ਪਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਇਕ ਉਤਮ ਪੰਥ ਸੁਨਿਓ ਗੁਰ ਸੰਗਤ
ਤਿਹ ਮਿਲੰਤ ਜਮ ਤਰਾਸ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਗੁਰ ਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ, ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਿਮਾ ਵਿਹੂਣੇ ਖਪ ਗਾਏ, ਖੂਹਣ ਲੱਖ ਅਸੰਖ। ਗਣਤ ਨ ਆਵੈ ਕਿਉ ਗਾਣੀ, ਖਪ ਖਪ ਮੂਏ ਬਿਸੰਖ। ਖਿਮਾ ਵਿਹੂਣੇ ਖਪ ਗਏ, ਖੂਹਣ ਲੱਖ ਅਸੰਖ। ਗਣਤ ਨਾ ਆਵੈ ਕਿਉ ਗਾਣੀ, ਖਪ ਖਪ ਮੂਏ ਬਿਸੰਖ। ਖਸਮ ਪਛਾਣੈ ਆਪਣਾ, ਖੁੱਲੈ ਬੰਦ ਨਾ ਪਾਏ। ਸ਼ਬਦ ਮਹਿਲੀ ਖਰਾ ਤੂੰ, ਖਿਮਾ ਸੱਚ ਸੁਖ ਪਾਏ। ਖਰਚ ਖਰਾ ਤਨ ਧਿਆਨ ਤੂੰ, ਆਪੇ ਵਸਹਿ ਸਰੀਰ। ਮਨ ਤਨ ਮੁਖ ਜਾਪੈ ਸਦਾ, ਗੁਣ ਅੰਤਰ ਮਨ ਧੀਰ। ਹਉਮੈ ਖਪੈ ਖਪਾਏ ਸੀ, ਬੀਜੋ ਵਥ ਵਿਕਾਰ। ਜੰਤ ਉਪਾਏ ਵਿੱਚ ਪਾਏ ਹਨ, ਕਰਤਾ ਅਲੱਗ ਅਪਾਰ। ਸ੍ਰਿਸ਼ਟੇ ਭਿਓ ਨਾ ਜਾਣੈ ਕੋਏ, ਸ੍ਰਿਸ਼ਟਾ ਕਰੈ ਸੋ ਨਿਹਚੋ ਹੋਏ। ਸੰਪੈ ਕੋ ਈਸਰ ਧਿਆਈਐ, ਸੰਪੈ ਪੂਰਬ ਲਿਖੇ ਕੀ ਪਾਈਐ। ਸੰਪੈ ਕਾਰਣ ਚਾਕਰ ਚੋਰ, ਸੰਪੈ ਸਾਥ ਨਾ ਚਾਲੈ ਹੋਰ। ਬਿਨ ਸਾਚੇ ਨਹੀਂ ਦਰਗਹਿ ਮਾਨ, ਹਰ ਰਸ ਪੀਵੈ ਛੁਟੈ ਨਿਧਾਨ। ਹੇਰਤ ਹੇਰਤ ਹੈ ਸਖੀ, ਹੋਏ ਰਹੀ ਹੈਰਾਨ। ਹਾਂ ਹਾਂ ਕਰਤੀ ਮੈਂ ਮੂਈ, ਸ਼ਬਦ ਰਵੈ ਮਨ ਗਿਆਨ। ਹਾਰ ਡੋਰ ਕੰਕਨ ਕਾਨੇ, ਕਰ ਥਾਕੀ ਸਿੰਗਾਰ। ਮਿਲ ਪ੍ਰੀਤਮ ਸੁਖ ਪਾਇਆ, ਸਗਲ ਗੁਣਾ ਗਲ ਹਾਰ।
ਨਾਨਕ ਗੁਰਮੁਖ ਪਾਈਐ ਹਰਿ ਸਿਉ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁੱਝਣਾ ਹਰ ਸਿਉ ਰੱਖੋ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ ਹਰ ਪੜਨਾ ਹਰ ਬੁੱਝਣਾ ਹਰ ਸਿਉ ਰੱਖੋ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ। ਤੁਰਕੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਆਪ ਜੀ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਰਾਮ ਕਲੀ ਰਾਗ ਚੋਂ ਦੱਖਣੀ ਓਂਕਾਰ ਪਾਵਨ ਬਾਣੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ, ਜੋ ਗੁਰਦੇਵ ਨੇ ਓਂਕਾਰੇਸ਼ਵਰ ਤੀਰਥ ਤੇ ਜਾ ਕੇ ਉਚਾਰਨ ਕੀਤੀ ਹੈ। ਦੱਖਣ ਦਿਸ਼ਾ ਵਿੱਚ ਓਂਕਾਰੇਸ਼ਵਰ ਨਾਮ ਦਾ ਪ੍ਰਸਿੱਧ ਤੀਰਥ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜੀਵਾਂ ਦਾ ਉਧਾਰ ਕਰਦਿਆਂ ਜਦੋਂ ਇਸ ਸਥਾਨ ਤੇ ਪਹੁੰਚੇ, ਪੰਡਿਆਂ ਨਾਲ ਮਹਾਰਾਜ ਜੀ ਦੀ ਵਿਚਾਰ ਚਰਚਾ ਹੋਈ ਤਾਂ ਗੁਰਦੇਵ ਨੇ ਪਾਵਨ ਅੰਮ੍ਰਿਤਮਈ ਬਾਣੀ ਓਅੰਕਾਰ ਬਾਣੀ ਰਾਮਕਲੀ ਰਾਗ ਦੇ ਵਿੱਚ ਉਚਾਰਨ ਕੀਤੀ। ਪੁਰਾਤਨ ਸਮਿਆਂ ਤੋਂ ਮਰਿਆਦਾ ਰਹੀ ਹੈ, ਬਹੁਤ ਸਾਰੇ ਗੁਰਸਿੱਖ ਪੰਜ ਗ੍ਰੰਥੀ ਦਾ ਨਿਤਨੇਮ ਕਰਦੇ ਸਨ। ਅੱਜ ਦੇ ਇਸ ਵਰਤਮਾਨ ਸਮੇਂ ਵਿੱਚ ਵੀ ਕਈ ਗੁਰਸਿੱਖ ਨੇ ਜਿਹੜੇ ਪੰਜ ਗ੍ਰੰਥੀ ਤੇ 10 ਗ੍ਰੰਥੀ ਦੋਨਾਂ ਦਾ ਨਿਤਨੇਮ ਕਰਦੇ ਹਨ। ਸਾਡੇ ਕੋਲੋਂ ਤਾਂ ਪੰਜ ਬਾਣੀਆਂ ਨਹੀਂ ਪੜ੍ਹ ਹੁੰਦੀਆਂ, ਔਖਾ ਹੁੰਦਾ ਹੈ, ਪਰ ਧੰਨ ਓ ਗੁਰੂ ਕੇ ਲਾਲ ਜਿਹੜੇ ਪੰਜ ਗ੍ਰੰਥੀ ਫਿਰ 10 ਗ੍ਰੰਥੀ ਇਹ ਸਾਰਾ ਨਿਤਨੇਮ ਕਰਦੇ ਨੇ। ਪੰਜ ਗ੍ਰੰਥੀ ਦੀ ਜਦੋਂ ਸੰਥਿਆ ਕਰਾਈ ਜਾਂਦੀ ਹੈ ਤਾਂ ਸੰਥਿਆ ਦੇ ਵਿੱਚ ਇਹ ਪਾਵਨ ਬਾਣੀ ਦੱਖਣੀ ਓਂਕਾਰ ਦਾ ਪਾਠ ਵੀ ਆਉਂਦਾ ਹੈ। ਸਿੱਧ ਗੋਸ਼ਟ ਹੈ, 52 ਅੱਖਰੀ ਹੈ, ਸੁਖਮਣੀ ਸਾਹਿਬ ਆਸਾ ਜੀ ਦੀ ਵਾਰ, ਸ਼ਬਦ ਹਜ਼ਾਰੇ, ਜਪਜੀ ਸਾਹਿਬ, ਸੋਦਰ ਦਾ ਪਾਠ, ਸੋਹਿਲਾ ਸਾਹਿਬ ਦੀ ਬਾਣੀ, ਇਹ ਪੰਜ ਗ੍ਰੰਥੀ ਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਆਉਂਦੀਆਂ ਹਨ। ਤੋ ਦੱਖਣੀ ਓਂਕਾਰ ਬਹੁਤ ਸਾਰੇ ਗੁਰਸਿੱਖ ਰੋਜ਼ ਨਿਤਨੇਮ ਦੇ ਵਿੱਚ ਵੀ ਪੜ੍ਹਦੇ ਹਨ। ਸਤਿਗੁਰੂ ਜੀ ਨੇ ਅੱਜ ਦਾ ਪਾਵਨ ਸ਼ਬਦ ਇਸ ਪਾਵਨ ਅੰਮ੍ਰਿਤਮਈ ਬਾਣੀ 'ਚੋਂ ਸਾਨੂੰ ਬਖਸ਼ਿਆ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਿਮਾ ਵਿਹੂਣੇ ਖਪ ਗਏ, ਖੂਹਣ ਲੱਖ ਅਸੰਖ। ਖਿਮਾ ਤੋਂ ਵਿਹੂਣੇ, ਜਿਨ੍ਹਾਂ ਅੰਦਰ ਖਿਮਾ ਨਹੀਂ ਹੈ, ਕਿਸੇ ਨੂੰ ਖਿਮਾ ਕਰਨ ਦਾ ਮਾਦਾ ਨਹੀਂ ਹੈ। ਸਾਡੇ ਕੋਲੋਂ ਗਲਤੀ ਹੋਵੇ, ਸਾਡੇ ਕੋਲੋਂ ਕੋਈ ਅਪਰਾਧ ਹੋਵੇ, ਸਾਡੇ ਕੋਲੋਂ ਕੋਈ ਭੁੱਲ ਹੋਵੇ, ਅਸੀਂ ਇਹ ਆਸ ਕਰਦੇ ਹਾਂ ਕਿ ਕੋਈ ਦੂਸਰਾ ਇਸ ਨੂੰ ਵੇਖ ਕੇ ਸਾਨੂੰ ਮਾਫ ਕਰ ਦੇਵੇ, ਖਿਮਾ ਕਰ ਦੇਵੇ। ਪਰ ਕਿਸੇ ਦੂਸਰੇ ਕੋਲੋਂ ਭੁੱਲ ਹੋਵੇ, ਕਿਸੇ ਦੂਸਰੇ ਕੋਲੋਂ ਅਪਰਾਧ ਹੋਵੇ, ਕਿਸੇ ਦੂਸਰੇ ਕੋਲੋਂ ਗੁਨਾਹ ਹੋਵੇ, ਸਾਡੇ ਅੰਦਰ ਉਹਨੂੰ ਮਾਫ ਕਰਨ ਤੇ ਖਿਮਾ ਕਰਨ ਦੀ ਤਾਕਤ ਨਹੀਂ ਹੁੰਦੀ। ਇਹ ਹੋਣਾ ਜ਼ਰੂਰੀ ਹੈ ਕਿ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ, ਦੂਜਿਆਂ ਵਾਸਤੇ ਵੀ ਉਹੀ ਪਰੋਸਣਾ ਪਵੇਗਾ। ਜੋ ਦੂਸਰਿਆਂ ਲਈ ਪਰੋਸਾਂਗੇ ਉਹੀ ਸਾਡੇ ਸਾਹਮਣੇ ਆਵੇਗਾ। ਐਸਾ ਨਹੀਂ ਕਿ ਕਿਸੇ ਦੂਸਰੇ ਨੂੰ ਪੱਥਰ ਕੰਕਰ ਮਾਰ ਕੇ ਸਾਡੇ ਤੇ ਫੁੱਲਾਂ ਦੀ ਵਰਖਾ ਹੋਣੀ ਹੈ। ਬਦਲੇ 'ਚ ਉਹੀ ਕੁਝ ਆਵੇਗਾ ਜੋ ਅਸੀਂ ਬਾਹਰ ਨੂੰ ਧਕੇਲਾਂਗੇ, ਬਾਹਰ ਨੂੰ ਸੁੱਟਾਂਗੇ। ਇੱਕ ਇਹੋ ਜਿਹੀ ਗਰੁਤਾ ਸ਼ਕਤੀ ਹੈ ਸਾਡੇ ਅੰਦਰ, ਸਾਡੀਆਂ ਹੀ ਵਿਚਾਰਾਂ ਜੋ ਬਾਹਰ ਨੂੰ ਜਾਂਦੀਆਂ ਨੇ, ਸਾਡੇ ਹੀ ਖਿਆਲਾਤ ਜੋ ਬਾਹਰ ਨੂੰ ਜਾਂਦੇ ਨੇ, ਮੁੜ ਕੇ ਵਾਪਸ ਆਉਂਦੇ ਹੈ। ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਮਹਾਰਾਜ ਜੀ ਨੇ ਖਿਮਾ ਨੂੰ ਬੜੀ ਵੱਡੀ ਤਪੱਸਿਆ ਦੱਸਿਆ। ਕਿਸੇ ਨੂੰ ਮਾਫ ਕਰ ਦੇਣਾ, ਕਿਸੇ ਨੂੰ ਖਿਮਾ ਕਰ ਦੇਣਾ, ਇਹ ਬੜੀ ਵੱਡੀ ਦਾਤ ਹੈ, ਇਹ ਬੜੀ ਵੱਡੀ ਤਪੱਸਿਆ ਹੈ, ਇਹ ਬੜਾ ਵੱਡਾ ਗੁਣ ਹੈ। ਮਹਾਰਾਜ ਜੀ ਕਹਿੰਦੇ ਬਹੁਤ ਲੋਕ ਨੇ, ਖੂਹਣੀਆਂ ਦੀਆਂ ਲੱਖਾਂ ਖੂਹਣੀਆਂ ਭਰੀਆਂ ਪਈਆਂ ਨੇ। ਖੂਹਣ ਦਾ ਮਤਲਬ ਹੁੰਦਾ ਜਿਵੇਂ ਕਹਿ ਦਿੰਦੇ ਨਾ 18 ਕੂਹਣੀਆਂ ਭਰੀਆਂ ਹੋਈਆਂ ਨੇ ਨਰਕਾਂ ਦੀਆਂ। ਮਹਾਰਾਜ ਜੀ ਕਹਿੰਦੇ ਇੱਥੇ ਤਾਂ ਲੱਖਾਂ ਹੀ ਖੂਹਣੀਆਂ ਭਰੀਆਂ ਪਈਆਂ ਨੇ। ਜਿਹੜੇ ਖਿਮਾ ਵਿਹੂਣੇ ਲੋਕ ਨੇ, ਜਿਨ੍ਹਾਂ ਅੰਦਰ ਕਿਸੇ ਨੂੰ ਖਿਮਾ ਕਰਨ ਦੀ ਬਿਰਤੀ ਨਹੀਂ ਹੈ, ਉਹ ਲੱਖਾਂ ਖੂਹਣੀਆਂ ਭਰੀਆਂ ਪਈਆਂ ਨੇ, ਉਹ ਗਿਣਤੀ ਵਿੱਚ ਨਹੀਂ ਆਉਂਦੇ। ਜਿਹੜੇ ਇਹੋ ਜਿਹੀ ਬਿਰਤੀ ਦੇ ਲੋਕ ਨੇ, ਜਿਨ੍ਹਾਂ ਅੰਦਰ ਕਿਸੇ ਨੂੰ ਖਿਮਾ ਕਰਨ ਦੀ ਬਿਰਤੀ ਨਹੀਂ ਹੈ, ਇਹੋ ਜਿਹੇ ਅਸੰਖ ਨੇ, ਅਣਗਿਣਤ ਨੇ, ਔਰ ਉਹਨਾਂ ਦੀਆਂ ਖੂਹਣੀਆਂ ਲੱਖਾਂ ਦੀ ਗਿਣਤੀ 'ਚ ਭਰੀਆਂ ਪਈਆਂ ਹਨ। ਗਣਤ ਨਾ ਆਵੈ ਕਿਉ ਗਾਣੀ, ਖਪ ਖਪ ਮੂਏ ਬੇਸੰਖ। ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਖਪ ਗਏ ਨੇ, ਬੇਸੰਖ, ਗਿਣਤੀ ਕੋਈ ਨਹੀਂ। ਸੰਖਿਆ ਨਾਮ ਗਿਣਤੀ ਦਾ ਹੈ, ਬੇਨਾਮ ਰਹਿਤ ਦਾ ਵੀ ਗਿਣਤੀ ਤੋਂ ਰਹਿਤ। ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਖਪ ਖਪ ਕੇ ਮਰ ਗਏ ਨੇ, ਉਹਨਾਂ ਨੂੰ ਕਿਵੇਂ ਗਿਣੀਏ। ਗਣਤ ਨਾ ਆਵੇ ਕਿਉਂ ਗਣੀ, ਜੇ ਉਹ ਗਿਣਤੀ ਵਿੱਚ ਆਉਂਦੇ ਹੀ ਨਹੀਂ ਤੇ ਫਿਰ ਗਿਣੀਏ ਕਿਉਂ। ਯਾਨੀ ਕਿ ਬੇਸੰਖ ਨੇ, ਅਣਗਿਣਤ ਨੇ, ਜਿਹੜੇ ਖਿਮਾ ਤੋਂ ਵਿਹੂਣੇ ਸੰਸਾਰ ਵਿੱਚ ਖਪ ਗਏ, ਮੁੱਕ ਗਏ। ਖਸਮ ਪਛਾਣ ਆਪਣਾ, ਖੂਲੇ ਬੰਦ ਨਾ ਪਾਏ। ਜਿਹੜੇ ਆਪਣੇ ਖਸਮ ਨੂੰ ਪਛਾਣ ਲੈਂਦੇ ਹਨ, ਜਿਹੜੇ ਆਪਣੇ ਮਾਲਕ ਨੂੰ, ਆਪਣੇ ਸੁਆਮੀ ਨੂੰ ਪਛਾਣ ਲੈਂਦੇ ਹਨ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਬੰਧਨ ਖੁੱਲ ਜਾਂਦੇ ਹੈ, ਉਹ ਬੰਧਨਾਂ ਤੋਂ ਰਹਿਤ ਹੋ ਜਾਂਦੇ ਹੈ। ਔਰ ਜਦੋਂ ਬੰਧਨਾਂ ਤੋਂ ਰਹਿਤ ਹੋ ਜਾਂਦੇ ਨੇ, ਮੁੜ ਕੇ ਫਿਰ ਉਹ ਕਿਸੇ ਬੰਧਨ 'ਚ ਨਹੀਂ ਪਾਏ ਜਾਂਦੇ। ਖੁੱਲ੍ਹੇ ਬੰਦ ਨਾ ਪਾਏ, ਉਹਨਾਂ ਦੇ ਬੰਧਨ ਖੁੱਲ੍ਹ ਜਾਂਦੇ ਆ, ਮੁੜ ਕੇ ਕਿਸੇ ਬੰਧਨ ਵਿੱਚ ਉਹਨਾਂ ਨੂੰ ਨਹੀਂ ਪਾਇਆ ਜਾਂਦਾ। ਜਿਹੜੇ ਆਪਣੇ ਖਸਮ ਨੂੰ, ਆਪਣੇ ਮਾਲਕ ਤੇ ਸੁਆਮੀ ਨੂੰ ਜਾਣ ਲੈਂਦੇ ਹਨ। ਸ਼ਬਦ ਮਹਿਲੀ ਖਰਾ ਤੋਂ, ਖਿਮਾ ਸੱਚ ਸੁਖ ਪਾਏ। ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਦੁਆਰਾ
ਉਪਦੇਸ਼ ਦੁਆਰਾ ਨਿਰੰਕਾਰ ਪਰਮੇਸ਼ਰ ਦੇ ਮਹਿਲ ਸਵਰੂਪ ਨੂੰ ਜਾਣ ਲਿਆ ਕਿ ਉਹ ਖਰਾ ਹੈ, ਉਹਨਾਂ ਦੇ ਹਿਰਦੇ 'ਚ ਖਿਮਾ ਦਾ ਗੁਣ ਆ ਜਾਂਦਾ ਹੈ। ਖਿਮਾ ਸੱਚ ਸੁਖ ਭਾਏ, ਕਿਸੇ ਨੂੰ ਖਿਮਾ ਕਰ ਦੇਣ ਦੇ ਨਾਲ ਸੱਚੇ ਸੁਖ ਦਾ ਅਨੁਭਵ ਹੁੰਦਾ ਹੈ, ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਖਿਮਾ ਕਰਕੇ ਹਿਰਦਾ ਸ਼ਾਂਤ ਹੋ ਜਾਂਦਾ। ਕਿਸੇ ਨੂੰ ਖਿਮਾ ਕਰਨ ਤੋਂ ਬਾਅਦ ਹਿਰਦੇ ਵਿੱਚ ਉਦਾਰਤਾ ਦਾ ਭਾਵ ਮਹਿਸੂਸ ਹੁੰਦਾ ਹੈ, ਜਿਸ ਨਾਲ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਖਰਚ ਖਰਾ ਧਨ ਧਿਆਨ ਤੂੰ, ਆਪੇ ਵਸਹਿ ਸਰੀਰ। ਮਹਾਰਾਜ ਜੀ ਕਹਿੰਦੇ, ਸੱਜਣਾ, ਜੇ ਤੂੰ ਪਰਮੇਸ਼ਰ ਦੇ ਖਰੇ ਸਵਰੂਪ ਦਾ ਸੱਚਾ ਧਨ ਇਕੱਠਾ ਕਰੇ, ਖਰਚ ਇਕੱਠਾ ਕਰੇ, ਪਰਮਾਤਮਾ ਦੇ ਸੱਚੇ ਨਾਮ ਧਨ ਦਾ ਖਰਾ ਖਰਚ ਜੇ ਤੂੰ ਆਪਣੇ ਪੱਲੇ ਬੰਨ੍ਹ ਲਵੇਂ, ਤਾਂ ਫਿਰ ਉਹ ਵਾਹਿਗੁਰੂ ਪਰਮੇਸ਼ਰ ਆਪ ਇਸ ਜੀਵ ਦੇ ਹਿਰਦੇ 'ਚ ਆ ਵਸਦਾ ਹੈ। ਅਕਾਲ ਪੁਰਖ ਆਪ ਇਸ ਜੀਵ ਦੇ ਹਿਰਦੇ 'ਚ ਸਾਖਸ਼ਾਤਕਾਰ ਹੋ ਜਾਂਦਾ ਹੈ। ਮਨ ਤਨ ਮੁਖ ਜਾਪੈ ਸਦਾ, ਗੁਣ ਅੰਤਰ ਮਨ ਧੀਰ। ਜਿਹੜਾ ਮਨ ਕਰਕੇ ਤਨ ਕਰਕੇ ਆਪਣੇ ਮੁਖ ਤੋਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪਦਾ ਹੈ, ਉਹਦੇ ਹਿਰਦੇ 'ਚ ਸਾਰੇ ਸ਼ੁਭ ਗੁਣ ਆ ਵਸਦੇ ਹਨ। ਉਸ ਦੇ ਹਿਰਦੇ ਨੂੰ, ਅੰਤఃਕਰਨ ਨੂੰ, ਮਨ ਨੂੰ ਧੀਰਜ ਦੀ ਪ੍ਰਾਪਤੀ ਹੋ ਜਾਂਦੀ ਹੈ। ਹਉਮੈ ਖਪੈ ਖਪਾਏ ਸੀ, ਬੀਜੋ ਵਥ ਵਿਕਾਰ। ਬਹੁਤ ਸਾਰੇ ਪ੍ਰਾਣੀ ਐਸੇ ਨੇ ਜਿਹੜੇ ਹਉਮੈ ਦੇ ਵਿੱਚ ਖਪਦੇ ਨੇ ਔਰ ਹਉਮੈ ਦੇ ਵਿੱਚ ਹੀ ਮੁੱਕ ਜਾਂਦੇ ਹੈ। ਹਉਮੈ ਵਿੱਚ ਖਪਦੇ ਖਪਾਉਂਦੇ ਰਹਿੰਦੇ ਹੈ। ਬੀਜੋ ਵਥ ਵਿਕਾਰ, ਬੀਜੋ ਕਹਿੰਦੇ ਆ ਦੂਜਾ। ਗੁਜਰਾਤ ਦੇ ਇਲਾਕੇ ਦੇ ਵਿੱਚ ਇਹ ਬੋਲੀ ਬਹੁਤ ਬੋਲੀ ਜਾਂਦੀ, ਆਪਾਂ ਕਹਿੰਦੇ ਆ ਦੂਜਾ, ਉਹ ਕਹਿੰਦੇ ਆ ਬੀਜੋ। ਮਹਾਰਾਜ ਜੀ ਕਹਿੰਦੇ ਦੂਜੇ ਭਾਅ ਦੇ ਵਿੱਚ ਜਿਹੜੀਆਂ ਸੰਸਾਰ ਦੀਆਂ ਵਸਤੂਆਂ ਨੇ, ਨਿਰੰਕਾਰ ਨੂੰ ਵਿਸਾਰ ਕੇ, ਅਕਾਲ ਪੁਰਖ ਨੂੰ ਵਿਸਾਰ ਕੇ, ਉਹਦੇ ਤੋਂ ਉਲਟ ਜਿਤਨੇ ਦੂਜੇ ਵੱਥ ਪਦਾਰਥ ਨੇ ਉਹ ਸਾਰੇ ਵਿਕਾਰ ਰੂਪ ਹਨ। ਬੀਜੋ ਵੱਥ ਵਿਕਾਰ, ਪ੍ਰਮਾਤਮਾ ਤੋਂ ਬਿਨਾਂ ਇਹ ਸਾਰੀਆਂ ਵਸਤੂਆਂ ਵਿਕਾਰ ਰੂਪ ਹਨ। ਜੰਤ ਉਪਾਏ ਵਿੱਚ ਪਾਏ ਹਨ, ਕਰਤਾ ਅਲੱਗ ਅਪਾਰ। ਆ ਜਿਹੜੀ ਹਉਮੈ ਦੀ ਬਿਰਤੀ ਹੈ ਜਾਂ ਦੂਜਾ ਭਾਉ ਦੁਬਦਾ ਹੈ, ਇਹ ਜਿਹੜੇ ਵਿਕਾਰ ਨੇ, ਪਰਮੇਸ਼ਰ ਨੇ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਕੇ ਇਹਨਾਂ ਦੇ ਵਿੱਚ ਇਹ ਸਾਰੀਆਂ ਬਿਰਤੀਆਂ ਪਾ ਦਿੱਤੀਆਂ। ਜੰਤ ਉਪਾਏ ਵਿੱਚ ਪਾਇਨ, ਜੰਤ ਪੈਦਾ ਕਰਕੇ, ਜੀਵ ਬਣਾ ਕੇ ਪਰਮੇਸ਼ਰ ਨੇ ਇਹ ਬਿਰਤੀਆਂ ਹਉਮੈ ਦੀਆਂ, ਹੰਕਾਰ ਦੀਆਂ, ਇਹ ਜਨਤਾਂ ਦੇ ਵਿੱਚ ਪਾ ਦਿੱਤੀਆਂ ਨੇ। ਔਰ ਆਪ ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਇਹਨਾਂ ਸਾਰਿਆਂ ਤੋਂ ਅਲੱਗ, ਕਹੀਏ ਨਿਰਲੇਪ ਹੋ ਕੇ ਰਹਿੰਦਾ। ਕਰਤਾ ਅਲੱਗ ਅਪਾਰ, ਉਹ ਆਪ ਨਿਰਲੇਪ ਹੋ ਕੇ ਸੰਸਾਰ ਤੋਂ ਰਹਿੰਦਾ ਹੈ, ਸਾਰਿਆਂ ਵਿੱਚ ਵਰਤਦਾ ਹੋਇਆ ਵੀ ਸਾਰਿਆਂ ਤੋਂ ਨਿਰਲੇਪ ਹੈ। ਸ੍ਰੇਸ਼ਟ ਭਿਓ ਨਾ ਜਾਣੈ ਕੋਇ। ਖਾਲਸਾ ਜੀ, ਇੱਕ ਹੁੰਦੀ ਹੈ ਸ੍ਰਿਸ਼ਟੀ। ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਸ੍ਰਿਸ਼ਟੇ, ਸ੍ਰਿਸ਼ਟਾ। ਜਿਹੜਾ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਹੈ, ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਸਿਰਜਣਹਾਰ, ਕਹਿੰਦੇ ਉਸ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਦਾ ਭੇਦ ਕੋਈ ਨਹੀਂ ਜਾਣਦਾ। ਸ੍ਰਿਸ਼ਟੇ ਭਿਓ ਨਾ ਜਾਣੈ ਕੋਏ, ਉਸ ਸ੍ਰਿਸ਼ਟੇ ਦਾ ਜਿਹੜਾ ਸਾਰੇ ਸੰਸਾਰ ਦਾ ਸਿਰਜਣਹਾਰ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭੇਦ ਕੋਈ ਨਹੀਂ ਜਾਣਦਾ। ਸ੍ਰੇਸ਼ਟਾ ਕਰੈ ਸੋ ਨਿਹਚੋ ਹੋਏ। ਜੋ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਕਰਦਾ, ਨਿਸ਼ਚੇ ਅਵਸ਼ ਉਹੀ ਹੁੰਦਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਸਿਰਜਣਹਾਰ ਵਾਹਿਗੁਰੂ ਨੇ ਜੋ ਕਰਨਾ ਉਹ ਹੋ ਕੇ ਰਹਿਣਾ ਹੈ। ਉਸ ਨੂੰ ਕੋਈ ਵੀ ਨਹੀਂ ਰੋਕ ਸਕਦਾ,
ਕਿਸੇ 'ਚ ਕੋਈ ਤਾਣ ਨਹੀਂ, ਤਾਕਤ ਨਹੀਂ ਕਿ ਉਸ ਨੂੰ ਕੋਈ ਰੋਕ ਸਕੇ। ਸੰਪੈ ਕੋ ਈਸਰ ਧਿਆਈਐ। ਬਹੁਤ ਸਾਰੇ ਸੰਸਾਰ ਦੇ ਜੀਵ ਕੇਵਲ ਸੰਪਦਾ ਵਾਸਤੇ, ਧਨ ਵਾਸਤੇ ਪਰਮੇਸ਼ਰ ਨੂੰ ਧਿਆਉਂਦੇ ਆ ਕਿ ਸਾਨੂੰ ਮਾਇਆ ਦੇ ਗੱਫੇ ਮਿਲਣ, ਉਹਦੇ ਵਾਸਤੇ ਪਰਮੇਸ਼ਰ ਨੂੰ ਅਰਾਧਦੇ ਆ। ਸਾਡੀਆਂ ਦੁਕਾਨਾਂ ਚੰਗੀਆਂ ਚੱਲਣ, ਸਾਡੇ ਕਾਰੋਬਾਰ ਚੰਗੇ ਚੱਲਣ, ਸਾਡੇ ਕੋਲ ਧਨ ਦਾ ਗੱਫਾ ਖੁੱਲ੍ਹਾ ਹੋਵੇ, ਇਹਦੇ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਸ ਈਸ਼ਵਰ ਨੂੰ, ਪਰਮੇਸ਼ਰ ਨੂੰ ਧਿਆਉਂਦੇ ਆ। ਧਨ ਵਾਸਤੇ, ਆਪਣੇ ਆਪੇ ਦੀ ਕਲਿਆਣ ਵਾਸਤੇ ਪਰਮੇਸ਼ਰ ਨੂੰ ਧਿਆਉਣ ਵਾਲੇ ਤਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਹੋਵੇਗਾ ਗੁਰੂ ਖਾਲਸਾ ਜੀ, ਕਿ ਜਿਹੜਾ ਇਹ ਸੋਚਦਾ ਹੋਵੇ ਕਿ ਹੇ ਵਾਹਿਗੁਰੂ ਸਾਡੀ ਕਲਿਆਣ ਕਰੀ, ਸਾਨੂੰ ਬੰਦ ਖਲਾਸੀ ਬਖਸ਼ੀ। ਨਹੀਂ ਤਾਂ ਬਹੁਤਿਆਂ ਦੇ ਹਿਰਦਿਆਂ ਵਿੱਚ ਇਹੀ ਕਾਮਨਾ ਹੈ ਕਿ ਧਨ ਦੀ ਪ੍ਰਾਪਤੀ ਹੋਵੇ, ਉਹਦੇ ਲਈ ਈਸ਼ਵਰ ਨੂੰ ਧਿਆਉਂਦੇ ਹੈ। ਸੰਪਦਾ ਮਿਲੇ, ਵਿਭੂਤੀ ਮਿਲੇ, ਐਸ਼ਵਰਜ ਮਿਲੇ, ਇਹਦੇ ਵਾਸਤੇ ਪਰਮੇਸ਼ਰ ਨੂੰ, ਈਸ਼ਵਰ ਨੂੰ ਧਿਆਉਂਦੇ ਹਨ। ਸੰਪੈ ਪੂਰਬ ਲਿਖੇ ਕੀ ਪਾਈਐ। ਪਰ ਬੰਦਿਆ ਯਾਦ ਰੱਖੀ, ਇਹ ਸੰਪਦਾ, ਇਹ ਵਿਭੂਤੀ, ਇਹ ਧਨ ਜਿਹੜਾ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਪਰਮੇਸ਼ਰ ਨੇ ਲੇਖਾਂ 'ਚ ਪਾਈ ਆ ਨਾ, ਉਹਦੀ ਮਿਲਣੀ ਹੈ। ਇਹ ਓਨੀ ਕੁ ਮਿਲਣੀ ਹੈ ਜਿੰਨੀ ਕੁ ਪਰਮੇਸ਼ਰ ਨੇ ਭਾਗਾਂ 'ਚ ਲਿਖ ਦਿੱਤੀ ਹੈ। ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ, ਜਿਹਨੂੰ ਆਪਾਂ ਪਰਾਲਬਧ ਕਹਿੰਦੇ ਆ ਨਾ, ਇਹ ਪਰਾਲਬਧ ਦੇ ਮੁਤਾਬਕ ਮਿਲਣੀ। ਪਰਾਲਬਧ ਤੋਂ ਨਾ ਵੱਧ ਮਿਲਣਾ ਤੇ ਨਾ ਹੀ ਘੱਟ ਮਿਲਣਾ। ਜੋ ਪਰਾਲਬਧ ਹੈ ਉਹੀ ਮਿਲੇਗੀ। ਬੰਦਾ ਜਿੰਨਾ ਮਰਜ਼ੀ ਭੱਜ ਲਵੇ, ਨੱਠ ਲਵੇ, ਮਸ਼ੱਕਤ ਘਾਲ ਲਵੇ, ਮਿਲੇਗਾ ਉਹੀ ਜੋ ਪਰਮੇਸ਼ਰ ਨੇ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਲੇਖ ਪਾਏ ਆ। ਕੀਤੇ ਕਰਮ ਇਸੇ ਦੇ ਹੀ ਨੇ, ਇਹ ਨਹੀਂ ਕਿ ਕਿਸੇ ਦੇ ਕੀਤੇ ਕਰਮਾਂ ਦਾ ਫਲ ਇਹਨੂੰ ਮਿਲਣਾ। ਸਾਹਿਬ ਜੀ ਕਹਿੰਦੇ ਬੜੇ ਨੇ ਜਿਹੜੇ ਸੰਪੈ ਵਾਸਤੇ ਈਸ਼ਵਰ ਨੂੰ ਧਿਆਉਂਦੇ ਐ, ਪਰ ਇਹ ਜਿਹੜੀ ਸੰਪੈ ਹੈ, ਇਹ ਵਿਭੂਤੀ ਹੈ, ਇਹ ਜਿਹੜਾ ਧਨ ਹੈ, ਇਹ ਪੁਰਬ ਲਿਖੇ ਕੀ ਪਾਈ ਹੈ। ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਲੇਖਾਂ ਮੁਤਾਬਕ ਜਿਹੜੇ ਲੇਖ ਲਿਖੇ ਆ ਪਰਮੇਸ਼ਰ ਨੇ, ਉਹਦੇ ਦੁਆਰਾ ਇਹਦੀ ਪ੍ਰਾਪਤੀ ਹੁੰਦੀ ਹੈ। ਸੰਪੈ ਕਾਰਨ ਚਾਕਰ ਚੋਰ। ਇਸ ਸੰਪੈ ਲਈ, ਇਸ ਧਨ ਲਈ ਬੰਦਾ ਚਾਕਰ ਵੀ ਬਣਦਾ, ਕਈਆਂ ਦਾ ਨੌਕਰ ਬਣਦਾ, ਨੌਕਰੀ ਕਰਦਾ, ਨਾ ਚਾਹੁੰਦਾ ਹੋਇਆ ਵੀ ਨੌਕਰੀ ਕਰਦਾ, ਧਨ ਵਾਸਤੇ ਕਰਦਾ ਕਿ ਧਨ ਮਿਲੇਗਾ, ਉਹਦੇ ਲਈ ਚਾਕਰੀ ਵੀ ਕਰਦਾ, ਨੌਕਰੀ ਵੀ ਕਰਦਾ। ਇਸ ਧਨ ਵਾਸਤੇ ਬੜੇ ਨੇ ਜਿਹੜੇ ਚੋਰੀਆਂ ਕਰਦੇ ਆ, ਚੋਰ। ਸੰਪੈ ਕਾਰਨ ਚਾਕਰ ਚੋਰ, ਜਿਹੜੇ ਇਸ ਧਨ ਵਾਸਤੇ ਚੋਰੀਆਂ ਵੀ ਕਰਦੇ ਆ। ਇੱਕ ਉਹ ਚੋਰ ਨੇ ਜਿਹੜੇ ਰਾਤ ਦੇ ਹਨੇਰੇ 'ਚ ਕਿਸੇ ਦੇ ਘਰ ਜਾ ਕੇ ਚੋਰੀ ਕਰਦੇ ਆ। ਇੱਕ ਉਹ ਵੀ ਚੋਰ ਨੇ ਜਿਹੜੇ ਆਪਣੇ ਮਾਲਕ ਦੇ ਨਾਲ ਵਫਾਦਾਰੀ ਕਰਨ ਦੀ ਬਜਾਏ ਕਿਰਤ ਘਣਤਾ ਕਰਕੇ ਆਪਣੇ ਮਾਲਕ ਦੇ ਖਜ਼ਾਨੇ 'ਚੋਂ ਚੋਰੀ ਕਰਨ, ਉਹ ਵੀ ਚੋਰ ਹਨ। ਮਹਾਰਾਜ ਜੀ ਕਹਿੰਦੇ ਇਸ ਧਨ ਵਾਸਤੇ ਬੜੇ ਨੇ ਜਿਹੜੇ ਚਾਕਰੀਆਂ ਕਰਦੇ ਨੇ, ਨੌਕਰੀਆਂ ਕਰਦੇ ਨੇ। ਫਿਰ ਇਸ ਧਨ ਵਾਸਤੇ ਬੜੇ ਨੇ ਜਿਹੜੇ ਚੋਰੀਆਂ ਵੀ ਕਰਦੇ ਹਨ। ਸੰਪੈ ਸਾਥ ਨਾ ਚਾਲੈ ਹੋਰ। ਐ ਬੰਦਿਆ ਯਾਦ ਰੱਖੀ, ਜਿਸ ਧਨ ਵਾਸਤੇ ਤੂੰ ਦਿਨ ਰਾਤ ਦੌੜਿਆ ਫਿਰਦਾ, ਇਹਦੇ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਚੱਲਣਾ। ਜਿਹਦੇ ਲਈ ਤੂੰ ਪਾਪ ਕਰਦਾ, ਜਿਹਦੇ ਲਈ ਤੂੰ ਚੋਰੀਆਂ ਕਰਦਾ, ਜਿਹਦੇ ਲਈ ਤੂੰ ਠੱਗੀਆਂ ਕਰਦਾ, ਇਹਦੇ ਵਿੱਚੋਂ ਇੱਕ ਵਿਖ ਵੀ ਧਨ ਦਾ ਕੁਝ ਤੇਰੇ ਨਾਲ ਨਹੀਂ ਚੱਲਣਾ। ਇੱਕ ਵਿਖ ਮਾਤਰ ਵੀ, ਯਾਨੀ ਕਿ ਇੱਕ ਕਦਮ ਭਰ ਵੀ ਇਹਦੇ ਵਿੱਚੋਂ ਕੁਝ ਵੀ ਪਾਤਸ਼ਾਹ ਕਹਿੰਦੇ ਤੇਰੇ ਨਾਲ ਨਹੀਂ ਚੱਲਣਾ। ਸੰਪੈ ਸਾਥ ਨਾ ਚਾਲੈ ਹੋਰ। ਹਾਂਜੀ। ਬਿਨ ਸਾਚੇ ਨਹੀਂ ਦਰਗਹਿ ਮਾਨ। ਬਿਨਾਂ ਪਰਮੇਸ਼ਰ ਦੇ ਸੱਚੇ ਨਾਮ ਤੋਂ ਅਕਾਲ ਪੁਰਖ ਦੀ ਦਰਗਾਹ ਵਿੱਚ ਤੈਨੂੰ ਮਾਣ ਨਹੀਂ ਮਿਲਣਾ। ਅਕਾਲ ਪੁਰਖ ਦੀ ਦਰਗਾਹ ਵਿੱਚ ਤੈਨੂੰ ਅਦਬ ਸਤਕਾਰ ਦੀ ਪ੍ਰਾਪਤੀ ਨਹੀਂ ਹੋਣੀ। ਹਰ ਰਸ ਪੀਵੈ ਛੁਟੈ ਨਿਦਾਨ। ਨਿਦਾਨ, ਨਿਦਾਨ ਦਾ ਮਤਲਬ ਹੁੰਦਾ ਅੰਤ ਨੂੰ। ਤਾਂ ਛੁਟੇਗਾ ਜੇ ਤੂੰ ਹਰੀ ਦਾ ਰਸ ਪੀਵੇਂਗਾ।
ਹਰ ਰਸ ਪੀਵੈ ਛੁਟੈ ਨਿਦਾਨ। ਹਰੀ ਦੇ ਨਾਮ ਰਸ ਨੂੰ ਪੀ ਕੇ ਅੰਤ ਨੂੰ ਤੂੰ ਛੁਟੇਗਾ, ਅੰਤ ਨੂੰ ਤੂੰ ਮੁਕਤ ਹੋਵੇਂਗਾ। ਹੋਰ ਕੋਈ ਤਰੀਕਾ ਨਹੀਂ ਜਿਸ ਤਰੀਕੇ ਨਾਲ ਤੇਰੀ ਬੰਦ ਖਲਾਸੀ ਹੋ ਸਕੇ। ਹੇਰਤ ਹੇਰਤ ਹੇ ਸਖੀ, ਹੋਏ ਰਹੀ ਹੈਰਾਨ। ਕਹਿੰਦੇ ਵੇਖਦਿਆਂ ਵੇਖਦਿਆਂ ਹੇ ਸਖੀ ਮੈਂ ਹੈਰਾਨ ਹੋ ਗਈ ਹਾਂ। ਵੇਖਦਿਆਂ ਵੇਖਦਿਆਂ ਹੇਰਤ ਹੇਰਤ, ਵੇਖਦਿਆਂ ਵੇਖਦਿਆਂ ਹੇ ਸਖੀ ਮੈਂ ਹੈਰਾਨ ਹੋ ਰਹੀ ਹਾਂ। ਹਾਂ ਹਾਂ ਕਰਤੀ ਮੈਂ ਮੋਈ, ਸ਼ਬਦ ਰਵੈ ਮਨ ਗਿਆਨ। ਕੀ ਵੇਖ ਕੇ ਹੈਰਾਨ ਹੋਈ ਕਿ ਜਿਹੜੀ ਹਉ ਹਉ ਕਰਨ ਵਾਲੀ ਮੇਰੇ ਅੰਦਰ ਬਿਰਤੀ ਸੀ ਨਾ, ਮੈਂ ਕਰਨ ਵਾਲੀ, ਉਹ ਮਰ ਗਈ ਹੈ। ਹਉ ਹਉ ਕਰਤੀ ਮੈਂ ਮੋਈ, ਹਉ ਹਉ ਕਰਨ ਵਾਲੀ ਜਿਹੜੀ ਮੈਂ ਸੀ ਉਹ ਮਰ ਗਈ ਅੰਦਰੋਂ, ਔਰ ਸਤਿਗੁਰਾਂ ਦੇ ਸ਼ਬਦ ਦੇ ਵਿੱਚ ਸੁਰਤੀ ਰਮ ਗਈ ਹੈ। ਸ਼ਬਦ ਰਵੈ ਸਤਿਗੁਰਾਂ ਦੇ ਸ਼ਬਦ ਵਿੱਚ ਰਮ ਗਈ ਹੈ, ਤੇ ਹੁਣ ਇਸ ਮਨ ਵਿੱਚ ਤਤ ਗਿਆਨ ਉਤਪੰਨ ਹੋ ਆਇਆ ਹੈ। ਸ਼ਬਦ ਰਵੈ ਮਨ ਗਿਆਨ, ਸਤਿਗੁਰਾਂ ਦੇ ਸ਼ਬਦ ਵਿੱਚ ਸੁਰਤ ਰਮ ਗਈ ਹੈ, ਜਿਸ ਨਾਲ ਇਸ ਮਨ ਵਿੱਚ ਤਤਵ ਗਿਆਨ ਦੀ ਉਤਪਤੀ ਹੋ ਆਈ ਹੈ। ਔਰ ਹਉ ਹਉ ਕਰਨ ਵਾਲੀ ਜਿਹੜੀ ਬਿਰਤੀ ਸੀ ਮੈਂ ਮੇਰੀ ਦੀ, ਉਹ ਅੰਦਰੋਂ ਮਰ ਗਈ ਹੈ, ਮੁੱਕ ਗਈ ਹੈ। ਹਾਰ ਡੋਰ ਕੰਕਨ ਘਾਨੇ, ਕਰ ਥਾਕੀ ਸਿੰਗਾਰ। ਕਹਿੰਦੇ ਬਹੁਤ ਸਾਰੇ ਹਾਰ ਸ਼ਿੰਗਾਰ ਕਰਕੇ, ਹੱਥਾਂ 'ਚ ਕੰਗਣ ਪਾ ਕੇ, ਕਰਮ ਕਾਂਡਾਂ ਦੇ ਬਹੁਤ ਸਾਰੇ ਮੈਂ ਸ਼ਿੰਗਾਰ ਕਰ ਕਰਕੇ ਹੇ ਵਾਹਿਗੁਰੂ ਥੱਕ ਗਈ ਹਾਂ। ਅਸੀਂ ਥੱਕ ਸਕਦੇ ਹਾਂ, ਅਸੀਂ ਜੀਵ ਹਾਂ, ਅਸੀਂ ਥੱਕਦੇ ਹਾਂ। ਈਸ਼ਵਰ ਨਹੀਂ ਥੱਕਦਾ। ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲਾਂ 'ਚੋਂ ਚੱਲੇ, ਚਮਕੌਰ ਦੀ ਗੜ੍ਹੀ ਵਿੱਚ ਆਪਣਾ ਸਭ ਕੁਝ ਲੁਟਾ ਕੇ ਮਾਛੀਵਾੜੇ ਦੇ ਜੰਗਲਾਂ 'ਚ ਮੇਰੇ ਸਾਹਿਬ ਥੱਕ ਕੇ ਨਹੀਂ ਲੇਟੇ। ਕਹਿ ਦਿੰਦੇ ਆ ਵੀ ਇੱਥੇ ਆ ਕੇ ਲੇਟ ਗਏ, ਟਿੰਡ ਦਾ ਸਰਾਣਾ ਲਾ ਕੇ ਥੱਕ ਕੇ ਨਹੀਂ ਲੇਟੇ। ਇੱਥੇ ਆ ਕੇ ਵੀ ਲੇਟੇ ਹੋਏ ਨਿਰੰਕਾਰ ਪਰਮੇਸ਼ਰ ਦੇ ਸ਼ੁਕਰ ਦੇ ਰੰਗ ਵਿੱਚ ਰੰਗੇ ਹੋਏ ਕਹਿੰਦੇ ਆ, ਹੇ ਵਾਹਿਗੁਰੂ ਤੇਰਾ ਸ਼ੁਕਰ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਥੱਕੇ ਨਹੀਂ, ਚੱਲਦੇ ਆ ਉੱਥੋਂ ਮਾਛੀਵਾੜੇ ਚੋਂ ਉੱਚਦੇ ਪੀਰ ਬਣ ਕੇ, ਚਲਦੇ ਚਲਦੇ ਮਾਲਵੇ ਦੇ ਇਲਾਕੇ 'ਚ ਪਹੁੰਚਦੇ, ਮੁਕਤਸਰ ਸਾਹਿਬ ਦਾ ਫਿਰ ਜੰਗ ਲੜਦੇ। ਥੱਕੇ ਨਹੀਂ ਜੰਗ ਲੜ ਕੇ, ਦਮਦਮਾ ਸਾਹਿਬ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਕੇ ਦੱਖਣ ਦਿਸ਼ਾ ਨੂੰ ਚੱਲ ਪਏ। ਉਹ ਕਹਿੰਦੇ ਅਸੀਂ ਕਿਵੇਂ ਥੱਕ ਜਾਈਏ, ਕਿਉਂਕਿ ਸਾਨੂੰ ਥੱਕਿਆਂ ਵੇਖ ਕੇ ਕਿਸੇ ਦੇ ਅੰਦਰ ਇਹ ਹੌਸਲਾ, ਇਹ ਧੀਰਜ ਕਿਵੇਂ ਵੱਜੇਗਾ ਕਿ ਅਸੀਂ ਥੱਕ ਕੇ ਹੇ ਪ੍ਰਭੂ ਤੇਰੀ ਸ਼ਰਨ 'ਚ ਆਏ ਹਾਂ। ਈਸ਼ਵਰ ਨਹੀਂ ਥੱਕਦਾ, ਜੀਵ ਥੱਕ ਜਾਂਦੇ ਆ। ਅਸੀਂ ਸਾਰੇ ਥੱਕ ਗਏ ਹਾਂ ਹੇ ਪ੍ਰਭੂ ਅਨੇਕ ਪ੍ਰਕਾਰ ਦੇ ਸ਼ਿੰਗਾਰ ਕਰਕੇ। ਕਈ ਤਰ੍ਹਾਂ ਦੇ ਹਾਰ ਸ਼ਿੰਗਾਰ ਕੀਤੇ, ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ, ਹੱਥਾਂ ਦੇ ਵਿੱਚ ਕਈ ਤਰ੍ਹਾਂ ਦੇ ਕਰ ਕਰਤਾ ਜਿਹੜੇ ਸਨ ਉਹ ਕੰਗਣ ਪਹਿਨੇ, ਬਹੁਤ ਸਾਰੇ ਕਰਮ ਕਾਂਡਾਂ ਦੇ ਸ਼ਿੰਗਾਰ ਕੀਤੇ। ਹੇ ਪ੍ਰਭੂ ਅਸੀਂ ਹੁਣ ਥੱਕ ਗਏ ਹਾਂ, ਹਾਰ ਡੋਰ ਕੰਕਨ ਘਣੇ, ਕਰ ਥਾਕੀ ਸਿੰਗਾਰ, ਏਦਾਂ ਦੇ ਸ਼ਿੰਗਾਰ ਕਰਕੇ ਥੱਕ ਗਏ ਹਾਂ। ਮਿਲ ਪ੍ਰੀਤਮ ਸੁਖ ਪਾਇਆ, ਸਗਲ ਗੁਣਾ ਗਲ ਹਾਰ। ਆਪਣੇ ਪਿਆਰੇ ਪ੍ਰੀਤਮ ਨੂੰ ਮਿਲ ਕੇ ਹੁਣ ਅਸੀਂ ਸੁਖ ਪ੍ਰਾਪਤ ਕਰ ਲਿਆ, ਤੇ ਜਦੋਂ ਆਪਣੇ ਪਿਆਰੇ ਪਤੀ ਪਰਮੇਸ਼ਰ ਨੂੰ ਮਿਲੇ ਤਾਂ ਉਹਨੇ ਦਇਆ ਕਰਕੇ ਸਾਡੇ ਗਲ ਵਿੱਚ ਸਾਰੇ ਗੁਣਾਂ ਦਾ ਹਾਰ ਬਣਾ ਕੇ ਪਾ ਦਿੱਤਾ। ਸਗਲ ਗੁਣਾ ਗਲ ਹਾਰ, ਸਾਰੇ ਸ਼ੁਭ ਗੁਣਾਂ ਦਾ, ਸਤ ਦਾ, ਸੰਤੋਖ ਦਾ, ਖਿਮਾ ਦਾ, ਇਹ ਜਿਤਨੇ ਸ਼ੁਭ ਗੁਣ ਸੀ ਇਹਨਾਂ ਸ਼ੁਭ ਗੁਣਾਂ ਦਾ ਹਾਰ ਬਣਾ ਕੇ
ਸਾਡੇ ਮਾਲਕ ਸੁਆਮੀ ਨੇ ਸਾਡੇ ਕੰਠ ਵਿੱਚ ਗਲ ਵਿੱਚ ਪਾ ਦਿੱਤਾ ਹੈ। ਨਾਨਕ ਗੁਰਮੁਖ ਪਾਈਐ ਹਰਿ ਸਿਉ ਪ੍ਰੀਤ ਪਿਆਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਗੁਰੂ ਦੇ ਮੁਖ ਦੁਆਰਾ ਪਰਮੇਸ਼ਰ ਦੀ ਪ੍ਰੀਤ, ਹਰੀ ਅਕਾਲ ਪੁਰਖ ਦਾ ਪਿਆਰ, ਇਹ ਗੁਰੂ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਤੋਂ ਬਿਨਾਂ ਪਰਮੇਸ਼ਰ ਦੀ ਪ੍ਰੀਤ ਪਿਆਰ ਹਿਰਦੇ 'ਚ ਨਹੀਂ ਜਾਗਦਾ। ਗੁਰੂ ਸਾਹਿਬ ਦੀ ਦਇਆ ਮਇਆ ਨਾਲ, ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰੀਤ, ਅਕਾਲ ਪੁਰਖ ਦਾ ਪਿਆਰ ਉਹ ਹਿਰਦੇ ਵਿੱਚ ਜਾਗਦਾ ਹੈ। ਹਰਿ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ। ਇਹ ਭਾਈ ਆਪਣੇ ਮਨ ਵਿੱਚ ਇਸ ਗੱਲ ਦੀ ਵਿਚਾਰ ਕਰਕੇ ਵੇਖ ਲਓ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਨੇ ਵੀ ਸੁਖ ਦੀ ਪ੍ਰਾਪਤੀ ਨਹੀਂ ਕੀਤੀ। ਇਹ ਗੱਲ ਨੂੰ ਆਪਣੇ ਹਿਰਦੇ 'ਚ ਸਾਹਿਬ ਕਹਿੰਦੇ ਵਿਚਾਰ ਲਓ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕਿਸੇ ਨੇ ਵੀ ਸੁਖ ਨਹੀਂ ਪਾਇਆ। ਹਰਿ ਪੜਨਾ ਹਰਿ ਬੁੱਝਣਾ ਹਰਿ ਸਿਉ ਰੱਖੋ ਪਿਆਰ। ਇਹ ਭਾਈ ਹਰੀ ਨੂੰ ਪੜਨਾ, ਹਰੀ ਨੂੰ ਬੁੱਝਣਾ ਤੇ ਹਰੀ ਦੇ ਨਾਲ ਹੀ ਆਪਣੇ ਹਿਰਦੇ 'ਚ ਪਿਆਰ ਰੱਖਣਾ ਹੈ। ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮ ਆਧਾਰ। ਹਰੀ ਨੂੰ ਜਪੀਏ, ਹਰੀ ਨੂੰ ਧਿਆਈਏ ਤੇ ਹੇ ਭਾਈ ਹਰੀ ਕੇ ਨਾਮ ਦਾ ਹੀ ਆਪਣੇ ਹਿਰਦੇ 'ਚ ਆਧਾਰ ਬਣਾਈਏ। ਹਰੀ ਦੇ ਨਾਮ ਨੂੰ ਹੀ ਆਪਣੇ ਹਿਰਦੇ ਦਾ ਆਧਾਰ ਜਾਣੀਏ। ਲੇਖ ਨਾ ਮਿਟਾਈ ਹੈ ਸਾਖੀ ਜੋ ਲਿਖਿਆ ਕਰਤਾਰ। ਇਹ ਸਖੀ ਜਿਹੜੇ ਮੱਥੇ ਤੇ ਪਾਏ ਲੇਖ ਨੇ ਉਹ ਨਹੀਂ ਮਿਟਦੇ, ਜੋ ਕਰਤਾਰ ਨੇ ਲਿਖ ਦਿੱਤੇ ਆ ਉਸੇ ਤਰ੍ਹਾਂ ਲਿਖੇ ਰਹਿਣੇ, ਉਹ ਮਿਟਦੇ ਨਹੀਂ। ਪੰਜਵੇਂ ਪਾਤਸ਼ਾਹ ਬਚਨ ਉਚਾਰਨ ਕਰ ਰਹੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਮੰਡੀ ਦਾ ਰਾਜਾ ਮਹਾਰਾਜ ਜੀ ਦੇ ਚਰਨਾਂ ਵਿੱਚ, ਹਰੀਪੁਰ ਦਾ ਰਾਜਾ, ਉਹ ਸ਼ੰਕਾ ਕਰਕੇ ਮਨ 'ਚ ਸੋਚਦਾ ਵੀ ਜੇ ਲੇਖ ਮਿਟਦੇ ਹੀ ਨਹੀਂ ਤੇ ਫਿਰ ਗੁਰੂ ਦੀ ਸ਼ਰਨ 'ਚ ਆਉਣ ਦਾ ਕੀ ਫਾਇਦਾ। ਚਲਾ ਗਿਆ ਵਾਪਸ। ਰਾਤ ਦਾ ਸਮਾਂ ਸੁੱਤਾ ਹੈ ਤੇ ਸੁੱਤਾ ਪਿਆ ਸੁਪਨੇ 'ਚ ਕੀ ਵੇਖਦਾ, ਕਈ ਜਨਮਾਂ ਵਿੱਚ ਭਟਕਦਾ। ਅਖੀਰ ਇੱਕ ਚੰਡਾਲ ਦੇ ਘਰ ਜੰਮਿਆ, ਵੱਡਾ ਹੋਇਆ, ਵਿਆਹਿਆ ਗਿਆ, ਪੁੱਤ ਧੀਆਂ ਪੈਦਾ ਹੋਏ ਤੇ ਚੰਡਾਲ ਦੀ ਜੂਨੀ ਦੇ ਵਿੱਚ ਹੀ ਮਰ ਕੇ ਮੁੱਕ ਗਿਆ, ਘਰਦਿਆਂ ਨੇ ਦਫਨ ਕਰ ਦਿੱਤਾ। ਹੈਰਾਨੀ ਨਾਲ ਸਵੇਰੇ ਉੱਠਿਆ ਵੀ ਇਹ ਕਿੱਦਾਂ ਦਾ ਸੁਪਨਾ ਸੀ। ਪੰਜਵੇਂ ਪਾਤਸ਼ਾਹ ਨੂੰ ਨਾਲ ਲੈ ਕੇ ਗਿਆ ਸਵੇਰੇ ਸ਼ਿਕਾਰ ਖੇਡਣ। ਇਹ ਅੱਗੇ ਨਿਕਲ ਗਿਆ ਕੱਲਾ ਤੇ ਸਾਹਿਬ ਜੀ ਪਿੱਛੇ। ਗੁਰਦੇਵ ਨੇ ਕਲਾ ਵਰਤਾਉਣੀ ਸੀ। ਇੱਕ ਨਗਰ ਵਿੱਚ ਗਿਆ ਤੇ ਨਗਰ ਇਦਾਂ ਇਹਨੂੰ ਜਾਪੇ ਵੀ ਰਾਤ ਨੂੰ ਸੁਪਨੇ 'ਚ ਜਿਹੜਾ ਨਗਰ ਵੇਖਿਆ ਸੀ ਇਹ ਤਾਂ ਉਹੀ ਹੈ। ਪਰਿਵਾਰ ਆ ਗਿਆ, ਇਹਦਾ ਬੱਚੇ ਆ ਗਏ। ਉਹ ਵੇਖ ਕੇ ਵੀ ਇਹਨੂੰ ਰਾਜਿਆਂ ਦੀ ਪੋਸ਼ਾਕ ਦੇ ਵਿੱਚ ਕਹਿੰਦੇ ਵੀ ਤੂੰ ਤਾਂ ਸਾਡਾ ਬੰਦਾ, ਵੀ ਤੂੰ ਤਾਂ ਮਰ ਗਿਆ ਸੀ, ਵੀ ਸਾਡੇ ਨਾਲ ਧੋਖਾ ਹੋਇਆ, ਤੂੰ ਤਾਂ ਚੰਗਾ ਭਲਾ। ਇਹ ਆਖੇ ਨਹੀਂ ਮੈਂ ਤਾਂ ਰਾਜਾ ਹਾਂ ਹਰੀਪੁਰ ਦਾ। ਉਹ ਕਹਿਣ ਨਹੀਂ ਤੂੰ ਤਾਂ ਸਾਡਾ ਚੰਡਾਲ ਹੈ। ਇਹ ਵੇਖੇ ਵੀ ਸੁਪਨੇ 'ਚ ਪੁੱਤ ਧੀਆਂ ਇਹੀ ਸੀ, ਪਰਿਵਾਰ ਇਹੀ ਸੀ, ਘਰ ਵਾਲੀ ਵੀ ਇਹੀ ਸੀ, ਪਰ ਉਹ ਤਾਂ ਸੁਪਨਾ ਸੀ। ਇਹ ਸੱਚਮੁੱਚ ਕਿਉਂ ਨਜ਼ਰ ਪਏ ਆਉਂਦੇ? ਇਹਨੂੰ ਫੜ ਲਿਆ, ਜਾਣ ਨਾ ਦੇਣੇ, ਬੇਨਤੀਆਂ ਕਰੇ ਵੀ ਮੈਨੂੰ ਜਾਣ ਦਿਓ, ਵਿਦਾ ਹੋਣ ਦਿਓ। ਉਹ ਕਹਿੰਦੇ ਨਹੀਂ, ਤੂੰ ਸਾਡੇ ਨਾਲ ਧੋਖਾ ਕੀਤਾ। ਇੰਨੇ ਨੂੰ ਪੰਜਵੇਂ ਪਾਤਸ਼ਾਹ ਪਹੁੰਚੇ। ਆ ਕੇ ਆਖਿਆ ਭਾਈ ਇਹ ਰਾਜਾ ਹੈ। ਉਹ ਕਹਿੰਦੇ ਜੀ ਇਹ ਤਾਂ ਸਾਡਾ ਜੀ ਹੈ। ਕਹਿੰਦੇ ਵੀ ਤੁਸੀਂ ਖੁਦਾਈ ਕਰਕੇ ਵੇਖ ਲਓ ਵੀ ਤੁਹਾਡਾ ਬੰਦਾ ਉੱਥੇ ਹੈ ਤਾਂ ਇਹਨੂੰ ਛੱਡ ਦਿਓ। ਵੇਖਿਆ ਵਾਕਈ ਉਹਨਾਂ ਦਾ ਮੁਰਦਾ ਕਬਰ ਵਿੱਚ। ਇਹ ਵਾਪਸ ਆਇਆ ਪੰਜਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਇਹ ਕੀ ਮਸਲਾ ਸੀ, ਸਮਝ ਨਹੀਂ ਆਈ।
ਸੁਪਨੇ ਵਿੱਚ ਮੈਨੂੰ ਰਾਤ ਇਹੀ ਸਾਰੇ ਨਜ਼ਰ ਆਏ। ਮਹਾਰਾਜ ਜੀ ਕਹਿੰਦੇ ਰਾਜਾ ਤੇਰੇ ਸ਼ੰਕੇ ਦਾ ਨਿਵਾਰਣ ਹੈ। ਤੇਰੇ ਭਾਗਾਂ ਵਿੱਚ ਇਹ ਜੂਨੀ ਲਿਖੀ ਸੀ, ਤੂੰ ਚੰਡਾਲ ਬਣ ਕੇ ਜੰਮਣਾ ਸੀ ਇਸ ਸਰੀਰ ਨੂੰ ਤਿਆਗਣ ਤੋਂ ਬਾਅਦ, ਰਾਜੇ ਦੇ ਸਰੀਰ ਨੂੰ। ਪਰ ਤੂੰ ਗੁਰੂ ਨਾਨਕ ਦੀ ਸ਼ਰਨ ਆਇਆ ਤੇ ਗੁਰੂ ਵਿੱਚ ਇਹ ਸਮਰੱਥਾ ਹੈ, ਉਹ ਲਿਖੇ ਹੋਏ ਲੇਖਾਂ ਨੂੰ ਸੁਪਨੇ ਵਿੱਚ ਭੁਗਤਾਨ ਦੀ ਤਾਕਤ ਰੱਖਦਾ ਹੈ। ਤੇਰੇ ਮਨ 'ਚ ਸ਼ੰਕਾ ਸੀ ਨਾ, ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ? ਤੇਰਾ ਉਹ ਸ਼ੰਕਾ ਸੰਵਾਰਿਆ ਹੈ। ਤੋ ਪਾਤਸ਼ਾਹ ਕਹਿੰਦੇ ਲੇਖ ਨਹੀਂ ਮਿਟਦੇ ਜੋ ਕਰਤਾਰ ਨੇ ਲਿਖ ਦਿੱਤੇ ਹਨ। ਪਰ ਚੌਧਰੀ ਸ਼ਮੀਰ ਵਾਂਗੂ ਜਿਵੇਂ ਕਲਗੀਧਰ ਸਵਾਮੀ ਜੀ ਨੇ, ਉਹਦੇ ਅਨੇਕਾਂ ਜਨਮ ਸੁਪਨੇ ਵਿੱਚ ਹੀ ਗਰੀਬ ਨਵਾਜ ਸਾਹਿਬ ਨੇ ਕੱਟ ਦਿੱਤੇ। ਇਸ ਤਰ੍ਹਾਂ ਸਤਿਗੁਰੂ ਜੀ ਆਪਣੀ ਕਲਾ ਵਰਤਾ ਲੈਂਦੇ ਹਨ। ਹਾਂਜੀ। ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਪਗ ਧਾਰ। ਇਹ ਸਾਰਾ ਕਾਰਨ, ਇਹ ਸਾਰੀ ਰਚਨਾ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨੇ ਆਪ ਕੀਤੀ ਹੈ। ਕਰ ਕਿਰਪਾ ਪਗ ਧਾਰ, ਜਦੋਂ ਕਿਰਪਾ ਕਰਦਾ ਹੈ ਤਾਂ ਉਹਦੇ ਵੱਲ ਕੋਈ ਆਪਣਾ ਚਰਨ ਪੁੱਟ ਕੇ ਟੁਰਦਾ ਹੈ। ਕਰਤੇ ਹੱਥ ਵਡਿਆਈਆ, ਬੂਝੋ ਗੁਰ ਵਿਚਾਰ। ਗੁਰੂ ਕੋਲੋਂ ਇਹ ਵਿਚਾਰ ਕਰਕੇ ਬੁੱਝੋ, ਜਾਣੋ ਕਿ ਜਿੰਨੀਆਂ ਵਡਿਆਈਆਂ ਨੇ ਕਰਤਾ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਨੇ, ਜਿਹਨੂੰ ਬਖਸ਼ਦਾ ਉਹਨੂੰ ਮਿਲਦੀਆਂ ਨੇ। ਮਨੁੱਖ ਜਿੰਨਾ ਮਰਜ਼ੀ ਤਰਲੋ ਮੱਛੀ ਹੋ ਲਏ, ਜਿੰਨਾ ਮਰਜ਼ੀ ਉਪਾਅ ਕਰ ਲਵੇ, ਵਡਿਆਈਆਂ ਕਰਤਾ ਪੁਰਖ ਪਰਮੇਸ਼ਰ ਨੇ ਆਪਣੇ ਹੱਥ ਰੱਖੀਆਂ। ਜਿਹੜਾ ਉਹਨੂੰ ਪਾ ਗਿਆ ਉਹਨੂੰ ਬਖਸ਼ ਦਿੰਦਾ ਹੈ। ਹਾਂਜੀ। ਲਿਖਿਆ ਫੇਰ ਨਾ ਸਕੀਐ, ਜਿਉ ਭਾਵੇ ਤਿਉ ਸਾਰ। ਇਹ ਪ੍ਰਭੂ ਜੋ ਲਿਖ ਦਿੱਤਾ ਹੈ ਉਹਨੂੰ ਮੋੜਿਆ ਨਹੀਂ ਜਾ ਸਕਦਾ, ਫੇਰਿਆ ਨਹੀਂ ਜਾ ਸਕਦਾ। ਹੇ ਪ੍ਰਭੂ ਜਿਵੇਂ ਤੈਨੂੰ ਭਾਵੇ ਤਿਵੇਂ ਤੂੰ ਸਾਡੀ ਸੰਭਾਲ ਕਰ। ਜੋ ਤੂੰ ਲਿਖ ਦਿੱਤਾ ਉਹ ਤਾਂ ਨਹੀਂ ਮਿਟਣਾ। ਹੇ ਪ੍ਰਭੂ ਜਿਵੇਂ ਤੈਨੂੰ ਭਾਵੇ ਤਿਵੇਂ ਕਿਰਪਾ ਕਰਕੇ, ਸਾਰ ਦਾ ਮਤਲਬ ਹੁੰਦਾ ਸੰਭਾਲ ਕਰੋ ਮਹਾਰਾਜ ਸਾਡੀ, ਜਿਵੇਂ ਤੁਹਾਨੂੰ ਭਾਵੇ ਤਿਵੇਂ ਰੱਖੋ। ਜੇ ਪੁਰਖ ਨਦਰ ਨਾ ਆਵਈ, ਤਿਸ ਕਾ ਕਿਆ ਕਰ ਕਹਿਆ ਜਾਏ। ਕਹਿੰਦੇ ਜਿਹੜਾ ਉਹ ਪੁਰਖ ਹੈ ਪਰਮੇਸ਼ਰ ਹੈ ਉਹ ਤਾਂ ਨਜ਼ਰ ਹੀ ਨਹੀਂ ਆਉਂਦਾ, ਤੇ ਫਿਰ ਉਹਦੇ ਬਾਰੇ ਕੀ ਕਹੀਏ, ਕੀ ਆਖੀਏ? ਕਹਿੰਦੇ ਫਿਰ ਤਾਂ ਉਹਨੂੰ ਬੇਨਤੀ ਕਹਿਣਾ ਪਵੇਗਾ ਨਾ। ਜਿਹੜਾ ਦਿਖਦਾ ਹੀ ਨਹੀਂ ਉਹਦੇ ਬਾਰੇ ਕੀ ਆਖੀਏ, ਉਹਦੇ ਬਾਰੇ ਕੀ ਕਿਹਾ ਜਾ ਸਕਦਾ? ਹਾਂਜੀ। ਬਲਿਹਾਰੀ ਗੁਰ ਆਪਣੇ, ਜਿਨ ਹਿਰਦੈ ਦਿੱਤਾ ਦਿਖਾਏ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਜਿਸ ਨੇ ਕਿਰਪਾ ਕਰਕੇ ਉਹ ਨਾ ਦਿਖਣ ਵਾਲਾ ਪਰਮੇਸ਼ਰ ਸਾਨੂੰ ਸਾਡੇ ਹਿਰਦੇ ਵਿੱਚ, ਸਾਡੇ ਘਟ ਵਿੱਚ ਹੀ ਪ੍ਰਗਟ ਕਰਕੇ ਵਿਖਾ ਦਿੱਤਾ ਹੈ। ਜਿਨ ਹਿਰਦੈ ਦਿੱਤਾ ਦਿਖਾਏ, ਜਿਸ ਨੇ ਸਾਡੇ ਹਿਰਦੇ ਵਿੱਚ ਹੀ ਉਸ ਵਾਹਿਗੁਰੂ ਦੇ ਸਾਨੂੰ ਦਰਸ਼ਨ ਕਰਾ ਦਿੱਤੇ ਨੇ। ਐਸੇ ਗੁਰੂ ਤੋਂ ਮੈਂ ਬਲਿਹਾਰ ਜਾਵਾਂ। ਪਾਦਾ ਪੜਿਆ ਆਖੀਐ, ਵਿਦਿਆ ਵਿਚਰੈ ਸਹਿਜ ਸੁਭਾਏ। ਖਾਲਸਾ ਜੀ ਪੜਿਆ ਲਿਖਿਆ ਪਾਦਾ ਉਹ ਹੈ, ਪਾਦਾ ਜਿਹੜਾ ਪੜਾਉਂਦਾ ਹੈ, ਅਧਿਆਪਕ। ਮਹਾਰਾਜ ਜੀ ਕਹਿੰਦੇ ਪਾਦਾ ਪੜਿਆ ਹੋਇਆ ਉਹ ਹੈ ਜਿਹੜਾ ਵਿਦਿਆ ਨੂੰ ਸੁਤੇ ਸਿੱਧ ਸ਼ਾਂਤਮਈ ਸੁਭਾਅ ਨਾਲ ਵਿਚਾਰਦਾ ਹੈ। ਜਿਹੜਾ ਵਿਦਿਆ ਦੀ ਵਿਚਾਰ ਹੀ ਨਾ ਕਰੇ ਉਹ ਕਾਹਦਾ ਪਾਦਾ? ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਪਾਤਸ਼ਾਹ ਨੇ ਬਚਨ ਕਹੇ ਹੈ। ਪਾਦਾ ਪੜਿਆ ਹੋਇਆ ਉਹ ਹੈ ਜਿਹੜਾ ਵਿਦਿਆ ਨੂੰ ਵਿਚਾਰਦਾ ਹੈ। ਸਹਿਜ ਸੁਭਾਏ ਦਾ ਮਤਲਬ ਟਿਕੇ ਹੋਏ ਸੁਭਾਅ ਨਾਲ, ਸ਼ਾਂਤਮਈ ਢੰਗ ਨਾਲ ਉਹ ਆਪਣੇ ਅੰਦਰ ਪੜ੍ਹੀ ਹੋਈ ਵਿਦਿਆ ਨੂੰ ਵਿਚਾਰੇ। ਹਾਂਜੀ।
ਵਿਦਿਆ ਸੋਧੈ ਤਤ ਲਹੈ RAM ਨਾਮ ਲਿਵ ਲਾਏ। ਜਿਹੜੀ ਵਿਦਿਆ ਹੈ, ਪਾਤਸ਼ਾਹ ਕਹਿੰਦੇ ਵਿਦਿਆ ਨੂੰ ਸੋਧੇ, ਵਿਚਾਰੇ ਔਰ ਆਪਣੇ ਆਤਮ ਤੱਤ ਨੂੰ ਜਾਣੇ ਔਰ RAM ਦੇ ਨਾਮ ਨਾਲ ਲਿਵ ਲਾਵੇ, ਤਾਂ ਉਹ ਵਿਦਿਆ ਪੜ੍ਹੀ ਹੋਈ ਪ੍ਰਵਾਨ ਹੈ। ਉਹ ਵਿਦਿਆ ਪੜ੍ਹੀ ਹੋਈ ਤਾਂ ਪ੍ਰਵਾਨ ਹੈ ਜਦੋਂ ਅੱਗੇ ਉਪਦੇਸ਼ ਦੇਵੇ ਵਿਦਿਆਰਥੀਆਂ ਨੂੰ ਵੀ, ਤੇ ਉਹਨਾਂ ਨੂੰ RAM ਨਾਮ ਨਾਲ ਲਿਵ ਲਾਉਣ ਦਾ ਉਪਦੇਸ਼ ਦੇਵੇ, ਫਿਰ ਉਹ ਪੜ੍ਹੀ ਹੋਈ ਵਿਦਿਆ ਤੇ ਪੜ੍ਹਾਈ ਹੋਈ ਵਿਦਿਆ ਸਫਲ ਹੈ। ਅੱਜ ਕੱਲ੍ਹ ਤਾਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ 'ਚ ਜਿਹੜਾ ਕੋਈ ਭਜਨ ਕਰਦਾ, ਵਿਦਿਆਰਥੀ ਨਾਮ ਜਪਦਾ, ਉਹਨੂੰ ਇਹ ਕਹਿੰਦੇ ਆ ਇਹ ਤਾਂ ਭਾਈ ਵਿਹਲੜਾਂ ਦਾ ਕੰਮ ਹੈ, ਤੁਸੀਂ ਪੜ੍ਹਾਈ ਵੱਲ ਧਿਆਨ ਦਿਆ ਕਰੋ। ਪੜ੍ਹਾਈ ਵੀ ਕਰੋ ਪਰ ਸਾਧਨਾ ਦੇ ਨਾਲ ਇਕਾਗਰਤਾ ਬਣਦੀ ਹੈ। ਵੱਡੇ ਵੱਡੇ ਵਿਸ਼ਵ ਵਿਦਿਆਲਿਆਂ ਦੇ ਵਿੱਚ ਅੱਜ ਕੱਲ੍ਹ ਕਾਮਰੇਡੀ ਬਿਰਤੀ ਦਾ ਪ੍ਰਭਾਵ ਵੱਧ ਹੈ ਤੇ ਨਾਸਤਤਾ ਦਾ ਪ੍ਰਚਾਰ ਵੱਧ ਕੀਤਾ ਜਾਂਦਾ। ਖੈਰ, ਮਹਾਰਾਜ ਜੀ ਕਹਿੰਦੇ ਭਾਈ ਵਿਦਿਆ ਸੋਧੈ ਤਤ ਲਹੈ RAM ਨਾਮ ਲਿਵ ਲਾਏ। ਵਿਦਿਆ ਨੂੰ ਜਦੋਂ ਅੱਗੇ ਸੋਧ ਕੇ ਵਿਚਾਰ ਕੇ ਪੜ੍ਹਾਵੇ ਤੇ ਤਤ ਦੇ ਉੱਤੇ ਇਸ ਤਤ ਤੋਂ ਪ੍ਰਾਪਤ ਕਰੇ ਕਿ ਭਾਈ RAM ਦੇ ਨਾਮ ਨਾਲ ਆਪਣੀ ਲਿਵ ਲਾਉਣੀ ਹੈ। ਮਨ ਮੁਖ ਵਿਦਿਆ ਬਿਕਰਦਾ ਬਿਖ ਖਟੇ ਬਿਖ ਖਾਏ। ਸਾਡੇ ਸਮਾਜ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਦੁਖਾਂਤ ਕਹਿ ਲਈਏ ਜਾਂ ਕਹਿ ਲਈਏ ਬੜੀ ਵੱਡੀ ਹੀਣ ਭਾਵ ਦੀ ਬਿਰਤੀ ਜਿਹੜੀ ਸਾਡੇ ਸਮਾਜ ਦੇ ਵਿੱਚ ਜੋ ਗਰਕ ਹੋ ਰਿਹਾ ਸਮਾਜ, ਉਹਦੇ ਬਾਰੇ ਮੇਰੇ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਇਹ ਬਚਨ ਕਹਿ ਦਿੱਤੇ ਹੈ ਕਿ ਜਿਹੜਾ ਮਨਮੁਖ ਹੈ ਉਹ ਵਿਦਿਆ ਨੂੰ ਵੇਚਦਾ ਹੈ। ਮਨਮੁਖ ਵਿਦਿਆ ਵਿਕਰਦਾ। ਜਿਸ ਦੇਸ਼ ਦੇ ਵਿੱਚ ਵਿਦਿਆ ਦਾ ਵਪਾਰ ਹੋਵੇਗਾ ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ। ਬੁਨਿਆਦੀ ਲੋੜ ਕੀ ਹੈ ਹਰ ਇੱਕ ਮਨੁੱਖ ਦੀ? ਵਿਦਿਆ ਔਰ ਸਿਹਤ। ਤੇ ਇਸੇ ਦੋਨਾਂ ਚੀਜ਼ਾਂ ਦਾ ਸਭ ਤੋਂ ਵੱਧ ਵਪਾਰੀਕਰਨ ਸਾਡੇ ਦੇਸ਼ ਵਿੱਚ ਹੁੰਦਾ। ਤੇ ਲੁਭਾਵਣੇ ਲਾਲਚ ਹੋਰ ਕਈ ਤਰ੍ਹਾਂ ਦੇ ਦਿੱਤੇ ਜਾਂਦੇ, ਆਹ ਤੁਹਾਨੂੰ ਦੇਵਾਂਗੇ ਫਰੀ, ਆਹ ਦੇਵਾਂਗੇ। ਜੋ ਦੇਣਾ ਹੈ ਉਸ ਪਾਸੇ ਧਿਆਨ ਨਹੀਂ ਹੈ। ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਮਨਮੁਖ ਵਿਦਿਆ ਨੂੰ ਵਿਕਰਦਾ ਦਾ ਮਤਲਬ ਹੁੰਦਾ ਵੇਚਦਾ। ਇਹ ਮਨਮੁਖ ਦਾ ਕਰਮ ਹੈ ਵਿਦਿਆ ਨੂੰ ਵੇਚਣਾ। ਬਿਖ ਖੱਟੇ ਬਿਖ ਖਾਏ। ਵਿਦਿਆ ਨੂੰ ਵੇਚਣ ਤੋਂ ਬਾਅਦ ਜੋ ਉਹਦੇ ਕੋਲ ਖੱਟੀ ਆ ਰਹੀ ਹੈ ਉਹ ਜ਼ਹਿਰ ਹੈ। ਜ਼ਹਿਰ ਖੱਟਦਾ ਤੇ ਜ਼ਹਿਰ ਹੀ ਖਾਂਦਾ ਹੈ। ਬਿਖ ਖੱਟੇ ਬਿਖ ਖਾਏ। ਪੁਰਾਤਨ ਸਮਿਆਂ ਦੇ ਵਿੱਚ ਵਿਦਿਆ ਦਾ ਜਿਹੜਾ ਪ੍ਰਬੰਧ ਹੁੰਦਾ ਸੀ, ਅੱਜ ਵਾਂਗੂ ਸਕੂਲ ਕਾਲਜ ਨਹੀਂ ਸਨ। ਆਸ਼ਰਮ ਹੁੰਦੇ, ਪਾਠਸ਼ਾਲਾਵਾਂ ਹੁੰਦੀਆਂ, ਉੱਥੇ ਪਾਧੇ ਪੜ੍ਹਾਇਆ ਕਰਦੇ, ਮੌਲਵੀ ਪੜ੍ਹਾਇਆ ਕਰਦੇ। ਉਹਨਾਂ ਦੇ ਪਾਸ ਭੇਜੇ ਹੋਏ ਵਿਦਿਆਰਥੀਆਂ ਨੂੰ ਜਦੋਂ ਪੜ੍ਹਾਉਂਦੇ ਉਹਨਾਂ ਦੀ ਸੂਖਸ਼ਮ ਬਿਰਤੀ ਵੇਖਦੇ ਤੇ ਵੱਧ ਵਿਦਿਆ ਵਿੱਚ ਉਹਨਾਂ ਨੂੰ ਨਿਪੁੰਨ ਕਰਦੇ। ਉਹਨਾਂ ਦੇ ਮਾਂ-ਬਾਪ ਜਥਾ ਸ਼ਕਤ ਆਪਣੀ ਸਵੈ ਇੱਛਾ ਨਾਲ ਉਹਨਾਂ ਉਸਤਾਦਾਂ ਨੂੰ ਜੋ ਦੇ ਆਉਂਦੇ ਉਹਦੇ ਨਾਲ ਉਹ ਆਪਣਾ ਗੁਜ਼ਾਰਾ ਕਰ ਲੈਂਦੇ, ਨਿਰਵਾਹ ਕਰ ਲੈਂਦੇ। ਇਹ ਪ੍ਰਬੰਧ ਹੁੰਦਾ ਸੀ। ਅੱਜ ਵਾਂਗੂ ਨਹੀਂ ਕਿ ਤੁਹਾਡੇ ਬੱਚਿਆਂ ਦਾ ਸਕੂਲ ਚੋਂ ਨਾਂ ਹੀ ਕੱਟ ਦਿੱਤਾ ਜਾਏਗਾ। ਇਹੋ ਜਿਹਾ ਪ੍ਰਬੰਧ ਨਹੀਂ ਸੀ ਵਿਦਿਆ ਦਾ। ਉੱਦਾਂ ਕਹਿੰਦੇ ਬੜੀ ਤਰੱਕੀ ਹੋਈ, ਤਰੱਕੀ ਹੋਈ, ਤਰੱਕੀ ਤਰੁੱਕੀ ਕੋਈ ਨਹੀਂ ਹੋਈ, ਸਭ ਕੁਝ ਪਿੱਛੇ ਨੂੰ ਗਿਆ ਹੈ। ਪਾਤਸ਼ਾਹ ਕਹਿੰਦੇ ਮਨਮੁਖ ਵਿਦਿਆ ਨੂੰ ਵੇਚਦਾ ਹੈ। ਬਿਖ ਖੱਟੇ ਬਿਖ ਖਾਏ। ਤੇ ਬਿਖ ਨੂੰ ਖੱਟਦਾ ਤੇ ਬਿਖ ਨੂੰ ਹੀ ਖਾ ਕੇ ਭੁੰਚ ਕੇ ਆਪਣੇ ਟੱਬਰ ਨੂੰ ਪਾਲਦਾ ਹੈ। ਮੂਰਖ ਸ਼ਬਦ ਨਾ ਚੀਨਾਈ ਸੂਝ ਬੂਝ ਨਹਿ ਕਾਏ। ਜਿਹੜਾ ਮੂਰਖ ਹੈ ਉਹ ਸ਼ਬਦ ਨੂੰ ਜਾਣਦਾ ਹੀ ਨਹੀਂ, ਉਹ ਸ਼ਬਦ ਦੀ ਮਹਿਮਾ ਨੂੰ ਸਮਝਦਾ ਹੀ ਨਹੀਂ। ਨਾ ਉਹਦੇ ਅੰਦਰ ਸੂਝ ਹੈ ਨਾ ਬੂਝ ਹੈ। ਸੂਝ ਬੂਝ ਨਹਿ ਕਾਏ। ਸੋਝੀ ਤੋਂ ਬੂਝ, ਬੂਝ ਮਤਲਬ
ਆਪਣੇ ਸਵੈ ਸਰੂਪ ਤੋਂ ਉਹਨੂੰ ਸ਼ਬਦ ਦੀ ਮਹਿਮਾ ਦਾ ਨਹੀਂ ਪਤਾ। ਵਿਦੇਸ਼ਾਂ ਦੇ ਵਿੱਚ ਵਿੱਦਿਆ ਦਾ ਪ੍ਰਬੰਧ, ਉੱਥੋਂ ਦੇ ਬੱਚਿਆਂ ਦਾ ਘੱਟੋ ਘੱਟ +2 ਤੱਕ, ਪਹਿਲੀ ਕਕਸ਼ਾ ਤੋਂ ਲੈ ਕੇ 12ਵੀਂ ਤੱਕ ਵਿੱਦਿਆ ਦਾ ਪ੍ਰਬੰਧ ਫ੍ਰੀ ਹੈ। ਕਹਿਣ ਮਾਤਰ ਵਿੱਚ ਸਾਡੇ ਦੇਸ਼ ਵਿੱਚ ਵੀ ਹੁੰਦਾ, ਪਰ ਉਹਨਾਂ ਸਕੂਲਾਂ ਵਿੱਚ ਵਿੱਦਿਆ ਦਾ ਮਿਆਰ ਉਹ ਬਹੁਤ ਨੀਵੇਂ ਪੱਧਰ ਦਾ ਹੋਣ ਕਰਕੇ ਉੱਥੇ ਵਿੱਦਿਆ ਪੜ੍ਹਨ ਵਾਸਤੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਨਹੀਂ ਭੇਜਿਆ ਜਾਂਦਾ। ਉਸ ਪਾਸੇ ਧਿਆਨ ਨਹੀਂ ਹੈ ਕਿਸੇ ਦਾ ਵੀ। ਪਾਤਸ਼ਾਹ ਜੀ ਸਾਡਾ ਧਿਆਨ ਦਿਵਾਉਂਦੇ ਹੈ ਕਿ ਭਾਈ ਇਸ ਵਿੱਦਿਆ ਦੇ ਉੱਤੇ ਹਰ ਇੱਕ ਜੀਵ ਦਾ ਹੱਕ ਹੈ, ਹਰ ਇੱਕ ਪ੍ਰਾਣੀ ਮਾਤਰ ਦਾ। ਤੋ ਮੂਰਖ ਲੋਕ ਸ਼ਬਦ ਨੂੰ ਨਹੀਂ ਜਾਣਦੇ, ਉਹਨਾਂ ਅੰਦਰ ਸੋਝੀ ਵੀ ਨਹੀਂ, ਬੂਝ ਵੀ ਨਹੀਂ। ਪਾਦਾ ਗੁਰਮੁਖ ਆਖੀਐ, ਚਾਟੜਿਆਂ ਮਤ ਦੇ। ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖ ਪਾਦਾ ਹੈ ਉਹੀ ਅਸਲ ਵਿੱਚ ਪਾਦਾ ਕਿਹਾ ਜਾਂਦਾ, ਜਿਹੜਾ ਆਪਣੇ ਚਾਟੜਿਆਂ ਨੂੰ, ਆਪਣੇ ਚੇਲਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਇਹ ਮਤ ਦੇਵੇ। ਹਾਂਜੀ ਸੁਣੋ ਜੀ। ਨਾਮ ਸੰਭਾਲੋ ਨਾਮ ਸੰਗਰਹੁ, ਲਾਹਾ ਜਗ ਮਹਿ ਲੈ। ਇੱਕ ਚੰਗਾ ਪਾਦਾ ਜਿੱਥੇ ਵਿਦਿਆ ਪੜਾਉਂਦਾ, ਉੱਥੇ ਅਧਿਆਤਮਿਕ ਤੌਰ ਤੇ ਵੀ ਆਪਣੇ ਵਿਦਿਆਰਥੀ ਨੂੰ ਸક્ષਮ ਕਰਦਿਆਂ ਕਹਿੰਦਾ, ਬੇਟਾ ਨਾਮ ਦੀ ਸੰਭਾਲਣਾ ਕਰੋ, ਨਾਮ ਨੂੰ ਇਕੱਤਰ ਕਰੋ ਤੇ ਇਸ ਜਗਤ ਦੇ ਵਿੱਚ ਨਾਮ ਦਾ ਲਾਹਾ ਪ੍ਰਾਪਤ ਕਰੋ। ਲਾਹਾ ਜਗ ਮਹਿ ਲੈ, ਇਹੀ ਲਾਹਾ ਹੈ ਇਸ ਜਗਤ ਵਿੱਚ। ਸੱਚੀ ਪੱਟੀ ਸੱਚ ਮਨ, ਪੜੀਐ ਸ਼ਬਦ ਸੋ ਸਾਰ। ਸੱਚੀ ਪੱਟੀ ਹੋਵੇ, ਸੱਚ ਦੀ ਪੱਟੀ, ਤੇ ਮਨ ਵਿੱਚ ਵੀ ਸੱਚ ਹੋਵੇ। ਔਰ ਪੜ੍ਹਨਾ ਕੀ ਹੈ? ਜੋ ਸ੍ਰੇਸ਼ਟ ਸ਼ਬਦ ਹੈ, ਸਾਰ ਨਿਚੋੜ, ਉਹਨੂੰ ਪੜ੍ਹਨਾ, ਉਸ ਨੂੰ ਗ੍ਰਹਿਣ ਕਰਨਾ ਹੈ। ਨਾਨਕ ਸੋ ਪੜਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਅਸਲ ਵਿੱਚ ਉਹੀ ਪੜ੍ਹਿਆ, ਉਹੀ ਪੰਡਤ ਹੈ, ਉਹੀ ਬੀਨਾ ਸਿਆਣਾ ਹੈ, ਜਿਸ ਨੇ ਆਪਣੇ ਕੰਠ ਵਿੱਚ ਰਾਮ ਨਾਮ ਦਾ ਹਾਰ ਗਲ 'ਚ ਧਾਰਨ ਕੀਤਾ। ਰਾਮ ਨਾਮ ਗਲ ਹਾਰ, ਜਿਹਦੇ ਗਲ ਵਿੱਚ ਰਾਮ ਨਾਮ ਦਾ ਹਾਰ ਹੈ, ਉਹ ਪੜ੍ਹਿਆ ਹੋਇਆ ਹੈ, ਉਹ ਪੰਡਤ ਬੀਨਾ ਸਿਆਣਾ ਹੈ, ਸੋਝੀ ਵਾਲਾ ਹੈ, ਜਿਹਨੇ ਆਪਣੇ ਕੰਠ 'ਚ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਾਰਨ ਕੀਤਾ ਹੋਇਆ। ਜਿਹੜਾ ਕੰਠ ਦੁਆਰਾ ਵਾਹਿਗੁਰੂ 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 ਜਪਦਾ ਹੈ, ਉਹੀ ਪੜ੍ਹਿਆ ਹੋਇਆ, ਉਹੀ ਪੰਡਤ ਹੈ, ਉਹੀ ਬੀਨਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਹਨ, ਜੋ ਇਸ ਮਾਤ ਲੋਕ ਦੀ ਧਰਤੀ ਤੇ ਪਰਮੇਸ਼ਰ ਨੇ ਗੁਰੂ ਨਾਨਕ ਦੇਵ ਰੂਪ ਹੋ ਕੇ ਉਚਾਰਨ ਕੀਤੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਇਹ ਪਾਵਨ ਪਵਿੱਤਰ ਅੰਮ੍ਰਿਤ ਵਿਚਾਰਾਂ ਗੁਰਬਾਣੀ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਤੇ ਸਮੱਤ ਪ੍ਰਦਾਨ ਕਰਨ। ਸਾਧ ਸੰਗਤ ਜੀ, ਕੱਲ੍ਹ ਮਹਾਰਾਜ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ। ਭਗਤ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਕੱਲ੍ਹ ਅੰਮ੍ਰਿਤ ਵੇਲੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਕੱਲ੍ਹ ਸ਼ਾਮ ਨੂੰ ਜੋ ਅਮਰ ਸੰਚਾਰ ਹਾਲ ਹੈ ਦੁੱਖ ਨਿਵਾਰਨ ਸਾਹਿਬ ਵਿਖੇ 7 ਤੋਂ 9 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ। ਭਗਤ ਰਵਿਦਾਸ ਜੀ ਔਰ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਮੂਹ ਸੰਗਤਾਂ ਨੇ ਕੱਲ੍ਹ ਸ਼ਾਮ ਨੂੰ 7 ਤੋਂ 9 ਵਜੇ ਤੱਕ ਦੇ ਸੱਜ ਰਹੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਭਗਤ ਰਵਿਦਾਸ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮਹਿ ਕੋਇ ਨ ਜਾਣੈ ਉੱਚੇ ਤੇ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ
ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰ ਪਰਮੇਸ਼ਰ ਜੀਓ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ। ਆਪ ਜੀ ਦੇ ਪਾਵਨ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜੂਰ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਤੋਂ ਸੁੰਦਰ ਸੱਚਖੰਡ ਦੀਵਾਨ ਸੱਜੇ ਹਨ ਜੀ। ਸੱਜੇ ਦੀਵਾਨਾਂ ਵਿੱਚ ਗੁਰਬਾਣੀ ਦੇ ਜਾਪ, ਸੰਪੂਰਨ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਨੰਦ ਸਾਹਿਬ ਜੀ ਦੀਆਂ ਪੌੜੀਆਂ ਦੇ ਗਾਇਨ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਹੋਈ ਹੈ ਸਤਿਗੁਰੂ ਜੀਓ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨਾ, ਪੜ੍ਹੀ ਸੁਣੀ ਗੁਰਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਸਭ ਸੰਗਤਾਂ ਨੂੰ ਦਰੋਂ ਘਰੋਂ ਨਾਮਦਾਨ, ਸਿੱਖੀ, ਸਿਦਕ, ਭਰੋਸਾ ਬਖਸ਼ਣਾ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਬਖਸ਼ੇ ਹੋਏ ਖਜ਼ਾਨਿਆਂ ਦੇ ਵਿੱਚੋਂ ਤਥਾ ਸੰਗਤਾਂ ਵੱਲੋਂ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਹਾਜ਼ਰ ਹੈ ਜੀ। ਆਪ ਜੀ ਨੂੰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਸਮੂਹ ਸੰਗਤਾਂ ਦੀਆਂ ਅਰਦਾਸਾਂ, ਬੇਨਤੀਆਂ, ਭੇਟਾਵਾਂ, ਸੇਵਾਵਾਂ ਦਰ ਪ੍ਰਵਾਨ ਕਰਦੇ ਹੋਏ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਸਰਬੱਤ ਦੇ ਕਾਰਜ ਰਾਸ ਕਰਨੇ, ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹੱਥ ਕਲਮ ਅਗੰਮ, ਮਸਤਕ ਲੇਖਾਵਤੀ। ਪੁਰਜ ਰਹਿਓ ਸਭ ਸੰਗ, ਅਨੂਪ ਰੂਪਾਵਤੀ। ਉਸਤਤ ਕਹਿਨ ਨ ਜਾਏ,
ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦਾ ਜਿਸ ਪਾਸ ਬੈਠਿਆ ਸਭਨਾਂ ਦਾ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਖਿਮਾ ਵਿਹੂਣੇ ਖਪ ਗਏ ਖੂਹਣ ਲੱਖ ਅਸੰਖ ਗਣਤ ਨ ਆਵੈ ਕਿਉ ਗਣੀ ਖਪ ਖਪ ਮੂਏ ਬਿਸੰਖ ਖਿਮਾ ਵਿਹੂਣੇ ਖਪ ਗਏ ਖੂਹਣ ਲੱਖ ਅਸੰਖ ਗਣਤ ਨ ਆਵੈ ਕਿਉ ਗਣੀ ਖਪ ਖਪ ਮੂਏ ਬਿਸੰਖ ਖਸਮ ਪਛਾਣੈ ਆਪਣਾ ਖੂਲੈ ਬੰਦ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਭਾਏ ਖਰਚ ਖਰਾ ਧਨ ਧਿਆਨ ਤੂੰ ਆਪੇ ਵਸਹਿ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹਉ ਮੈਂ ਖਪੈ ਖਪਾਏ ਸੀ ਬੀਜੋ ਵਥ ਵਿਕਾਰ ਜੰਤ ਉਪਾਏ ਵਿੱਚ ਪਾਇਨ ਕਰਤਾ ਲਗ ਅਪਾਰ ਸ੍ਰਿਸ਼ਟੇ ਭਿਓ ਨ ਜਾਣੈ ਕੋਇ ਸ੍ਰਿਸ਼ਟਾ ਕਰੈ ਸੋ ਨਿਹਚਉ ਹੋਏ ਸੰਪੈ ਕਉ ਈਸਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਣ ਚਾਕਰ ਚੋਰ ਸੰਪੈ ਸਾਥ ਨ ਚਾਲੈ ਹੋਰ ਬਿਨ ਸਾਚੇ ਨਹੀਂ ਦਰਗਹਿ ਮਾਨ ਹਰ ਰਸ ਪੀਵੈ ਛੁਟੈ ਨਿਦਾਨ ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ ਹਉ ਹਉ ਕਰਤੀ ਮੈਂ ਮੁਈ ਸ਼ਬਦ ਰਵੈ ਮਨ ਗਿਆਨ ਹਾਰ ਡੋਰ ਕੰਕਨ ਘਣੇ ਕਰ ਥਾਕੀ ਸੀਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ ਨਾਨਕ ਗੁਰਮੁਖ ਪਾਈਐ ਹਰ ਸਿਉ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁੱਝਣਾ ਹਰ ਸਿਉ ਰਖੋ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਣ ਜਿਨ ਕੀਆ ਕਰ ਕਿਰਪਾ ਪਗ ਧਾਰ ਕਰਤੇ ਹੱਥ ਵਡਿਆਈਆ ਬੂਝੋ ਗੁਰ ਵਿਚਾਰ ਲਿਖਿਆ ਫੇਰ ਨ ਸਕੀਐ ਜਿਉ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ
ਨਾਨਕ ਸ਼ਬਦ ਵਿਚਾਰ। ਮਨ ਮੁਖ ਭੂਲੇ ਪਚ ਮੂਏ ਉਬਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ। ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ। ਪਾਦਾ ਪੜਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਏ। ਵਿਦਿਆ ਸੋਧਾ ਤਤ ਲਹੈ ਰਾਮ ਨਾਮ ਲਿਵ ਲਾਏ। ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ। ਮੂਰਖ ਸ਼ਬਦ ਨ ਚੀਨਈ ਸੂਝ ਬੂਝ ਨਹਿ ਕਾਏ। ਪਾਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ। ਨਾਮ ਸੰਭਾਲੋ ਨਾਮ ਸੰਗ ਰਹੋ ਲਾਹਾ ਜਗ ਮਹਲੇ। ਸੱਚੀ ਪੱਟੀ ਸਾਚ ਮਾਨ ਪੜੀਐ ਸ਼ਬਦ ਸੋ ਸਾਰ। ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲਹਾਰ। ਸੱਚੀ ਪੱਟੀ ਸੱਚ ਮਾਨ ਪੜੀਐ ਸ਼ਬਦ ਸੋ ਸਾਰ। ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ 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 ਗੁਰੂ ਦੰਡੋਤ ਬੰਦਨ ਅਨਕੁਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫੇਰਤ ਫੇਰਤ ਪ੍ਰਭ ਆਇਆ ਪਰਿਆ ਤਾ ਸ਼ਰਨਾ
की प्रभ बेनती अपनी भगति लाए। आनंद गुण निदान गुरु गरीब निवाज, गरीब निवाज, गरीब निवाज। नानक तिना बसंत है, नानक तिना बसंत है, जिन कर वसया कंत, जिन कर वसया कंत। नानक तिना बसंत है, नानक तिना बसंत है, जिन कर वसया कंत, जिन कर वसया कंत। नानक तिना बसंत है, नानक तिना बसंत है। जिनके कंत दिशापुरी, जिनके कंत दिशापुरी, से अनस फिर जुलंत। से अनस फिर जुलंत, अनस फिर जुलंत। से अनस फिर जुलंत। नानक तिना बसंत है, नानक तिना बसंत है, जिन कर वसया कंत, जिन कर वसया कंत। नानक तिना बसंत है, नानक तिना बसंत है। जिनके कंत दिशापुरी, दिशापुरी। जिनके कंत जिनके कंत दिशापुरी, दिशापुरी। से अनिस फिर जुलंत, जिनके कंत दिशापुरी, जिनके कंत दिशापुरी। से अनिस फिर जुलंत। से अनिस फिर जुलंत, अनिस फिर जुलंत। से अनिस फिर जुलंत। नानक तिना बसंत है, नानक तिना बसंत है,
ਜਿਨ ਕਰ ਵਸਿਆ ਕੰਤ, ਜਿਨ ਕਰ ਵਸਿਆ ਕੰਤ, ਨਾਨਕ ਤਿਨਾ ਬਸੰਤ ਹੈ, ਨਾਨਕ ਤਿਨਾ ਸੰਤ ਹੈ। ਜਿਨ ਕਰ ਵਸਿਆ ਕੰਤ, ਜਿਨ ਕਰ ਵਸਿਆ ਕੰਤ, ਨਾਨਕ ਤਿਨਾ, ਨਾਨਕ ਤਿਨਾ, ਨਾਨਕ ਤਿਨਾ ਬਸੰਤ ਹੈ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗ ਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਪਾਈ, ਕਰਮ ਲਖਨ ਤੇ ਪਾਈਐ ਔਰਤ ਸਵਾਈ। ਬਾਣ ਤੰਤਰ ਪਮੋਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਜੈ ਲਤੀ ਸ਼ਬ ਜਾਈ। ਨਾਨਕ ਸਿਮਰੈ ਏਕ ਨਾਮ ਤੇਰ ਬਹੁੜ ਨ ਥਾਈ, ਨਾਨਕ ਸਿਮਰੈ ਏਕ ਨਾਮ ਤੇਰ ਬਹੁੜ ਨ ਥਾਈ। बसंत की वार महल पंजवा, एक ओंकार सतगुर प्रसाद। हर का नाम ते आए कहो हरे पाई, ਕਰਮ ਲਖਨ ਤੇ ਪਾਈਐ ਔਰਤ ਸੋਈ। ਬਾਣ ਤਿਰਣ ਤਿਰ ਪਵਨ ਮੋਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੈ ਲਤੀ ਸ਼ਬ ਸਾਈ। ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਤਾਈ। ਸ਼ਲੋਕ ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤ ਲੈ। ਵੱਡੇ ਵੱਡੇ ਅੰਕਾਰਿਆ ਨਾਨਕ ਗਰਭ ਗਲੇ। ਪੰਜੇ ਬੱਦੇ ਮਾਬਲੀ ਕਰ ਸੱਚਾ ਢੋਆ, ਆਪਣੇ ਚਰਨ ਚ ਪਾਉਣ ਵਿੱਚ ਦਿਓ ਖੜੋ। ਰੋਗ ਸੁਖ ਸਭ ਮਿਟ ਗਏ ਨਿਤ ਨਵਾ ਨਿਰੋ, ਦਿਨ ਰਹਿਣ ਨਾਮ ਤੇ ਆਏਦਾ ਫਿਰ ਪਾਏ ਨਾ ਮੋਹ। ਜਿਸ ਤੇ ਉਪਜਿਆ ਨਾਨਕ ਸੋਈ ਫਿਰੋ, ਜਿਸ ਤੇ ਉਪਜਿਆ ਨਾਨਕ ਸੋਈ ਫਿਰੋ। ਪੰਜੇ ਬੱਦੇ ਮਾਬਲੀ ਕਰ ਸੱਚਾ ਢੋਆ, ਆਪਣੇ ਚਰਨ ਚ ਪਾਇਓ ਨ ਵਿੱਚ ਦਿਓ ਖੜੋਆ। ਰੋਗ ਸੁਖ ਸਭ ਮਿਟ ਗਏ ਨਿਤ ਨਵਾ ਨਿਰੋਆ। ਦਿਨ ਰਹਿਣ ਨਾਮ ਤੇ ਆਂਦਾ ਫਿਰ ਪਾਏ ਨਾ ਮੋਹ। ਜਿਸ ਤੇ ਉਪਜਿਆ ਨਾਨਕਾ, ਨਾਨਕਾ ਸੋਈ ਫਿਰ ਹੋਆ। ਹਮ ਸਰ ਦੀਨ ਦਇਆਲ ਨ ਤੁਮ ਸਰ। ਹਮ ਸਰ ਦੀਨ ਦਇਆਲ ਨ ਤੁਮ ਸਰ। ਅਬ ਪਤਿਆਰ, ਅਬ ਪਤਿਆਰ क्या कीजै।
हम सर दीन दयाल न तुम सर, हम सर दीन दयाल न तुम सर। बचनी तोर मोर मन माने, जन को पूरन दीजै। बचनी तोर मोर मन माने, जन को पूरन दीजै, जन को पूरन दीजै। हम सर दीन दयाल न तुम सर, हम सर दीन दयाल न तुम सर। अब पतियार, अब पतियार क्या कीजै, हम सर दीन दयाल न तुम सर, हम सर दीन दयाल न तुम सर। हाँ बल बल जाओ रमैया कारणे, कारण कारण अबो हाँ बल बल जाओ रमैया करने, कारण कवन अबोल। हाँ बल बल जाओ रमैया कारणे, कारण कवन अबोल। बहुत जन्म बिछड़े थे माधो, ये जन्म तुम्हारे